ਬੰਦਾ ਸਿਰਫ ਮਲਿੱਛ ਹੁੰਦਾ ਹੈ। ਅਸੰਖ ਮਲਿੱਛ ਮਲ ਪੱਖ ਖਾਹੇ। ਬੱਕਰੇ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ ਕਿ ਉਹਦੀ ਅੱਜ ਸ਼ਹੀਦੀ ਹੈ, ਉਹਨੂੰ ਅੱਜ ਝਟਕਾਇਆ ਜਾਣਾ ਆ, ਉਹਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ, ਉਹਨੂੰ ਫੜਨਾ ਵੀ ਨਹੀਂ ਹੈ ਬੱਕਰੇ ਨੂੰ, ਉਹ ਆਪਣੀ ਮੌਜ ਵਿੱਚ ਹੋਏਗਾ ਫਿਰ ਝਟਕਾਣਾ ਉਹਨੂੰ। ਹੁਣ ਮੱਛੀ ਨੂੰ ਤੁਸੀਂ ਕਿਸ ਤਰ੍ਹਾਂ ਮੌਜ 'ਚ ਕਰ ਲਓਗੇ, ਜੇ ਪਾਣੀ ਤੋਂ ਬਾਹਰ ਕੱਢ ਕੇ ਉਦੋਂ ਹੀ ਮਰ ਜਾਣਾ ਉਹਨੇ, ਉਹ ਤਾਂ ਹਲਾਲ ਹੀ ਹੁੰਦੀ ਹੈ। ਆਪਾਂ ਕੋਈ ਵਰੀਅਰ ਹੈ, ਕੋਈ ਗੱਤਕਾ ਸਿੱਖ ਰਹੇ ਹਾਂ, ਕੋਈ ਉਰੇ ਜਾ ਕੇ ਆਪਾਂ ਪਿੰਡਾਂ ਦੇ ਵਿੱਚ ਆਪਾਂ ਪਹਿਰੇਦਾਰੀ ਲਾ ਰਹੇ ਹਾਂ, ਚਿੱਟੇ ਦੇ ਜਿਹੜੇ ਦੋਸ਼ੀ ਘੁੰਮ ਰਹੇ ਇਹਨਾਂ ਨੂੰ ਫੜਨ ਵਾਸਤੇ ਕੋਈ ਉਪਰਾਲਾ ਕਰ ਰਹੇ ਆ, ਫਿਰ ਤੁਸੀਂ ਛਕੋ। ਹਾਂ ਤੁਸੀਂ ਭਾਈ ਕਿਸੇ ਜੀਵ ਨੂੰ ਮਾਰ, ਕਿਸੇ ਨੂੰ ਝਟਕਾਉਣ ਦੇ ਹੱਕ ਵਿੱਚ ਤੁਸੀਂ ਝਟਕ ਰਹੇ ਹੋ ਬੱਕਰੇ ਨੂੰ, ਤਾਂ ਤੁਸੀਂ ਗਰਦਨ ਆਪਣੀ ਝਟਕਾਉਣ ਲਈ ਵੀ ਤਿਆਰ ਰਹੋ ਨਾ। ਕਿ ਹਾਂ ਜੀ ਮੱਛੀ ਖਾਏ ਬਗੈਰ ਨੀਂਦ ਨਹੀਂ ਆਉਂਦੀ ਬੰਦੇ ਨੂੰ, ਯਾਰ ਉਹ ਨਹੀਂ, ਉਹ ਸਵਾਦ ਹੈ, ਜੀਵ ਦਾ ਸਵਾਦ ਹੈ। ਸਵਾਦ ਵਾਸਤੇ ਆਪਾਂ ਕਿਸੇ ਜੀਵ ਹੱਤਿਆ ਨਹੀਂ ਕਰ ਸਕਦੇ। ਹੁਣ ਇਤਿਹਾਸ ਦੇ ਅੰਦਰ ਇੱਕ ਬੰਦੇ ਨੇ ਮੱਛੀ ਖਾਈ ਸੀਗੀ, ਦੁਨੀ ਚੰਦ ਦੇ ਬਾਪ ਨੇ। ਉਸ ਤੋਂ ਬਾਅਦ ਉਹ ਰਿੱਛ ਬਣ ਕੇ ਉੱਥੇ ਘੁੰਮ ਰਿਹਾ ਸੀਗਾ, ਬਘਿਆੜ ਬਣ ਕੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਨਾ ਜੀ ਮੱਛੀਆਂ ਨੂੰ ਪਾਲਿਆ ਜਾਂਦਾ, ਕੀੜੀਆਂ ਨੂੰ ਪਾਲਿਆ ਜਾਂਦਾ, ਚਿੜੀਆਂ ਨੂੰ ਪਾਲਿਆ ਜਾਂਦਾ, ਬੱਤਖਾਂ ਨੂੰ ਪਾਲਿਆ ਜਾਂਦਾ। ਇਹ ਜੀਵਾਂ ਨੂੰ ਪਾਲਿਆ ਜਾਂਦਾ, ਨਾ ਕਿ ਖਾਏ ਜਾਂਦੇ ਆ। ਜੇ ਉਹ ਇਹੋ ਜਿਹੇ ਬੰਦੇ ਉੱਥੇ ਸਰੋਵਰ 'ਚ ਨਹਾ ਚਲ ਗਿਆ, ਕੀ ਪਤਾ ਮੱਛੀਆਂ ਫੜਨ ਵਾਸਤੇ ਨਹਾ ਰਿਹਾ ਅਗਲਾ ਬੰਦਾ, ਪਿਓਰ ਤਾਂ ਫਰੀ 'ਚ ਲੈ ਲਾਂਗੇ। ਇਹੋ ਜਿਹੇ ਦੂਰੇ ਰੱਖੋ ਸਰੋਵਰਾਂ ਤੋਂ। ਬੱਕਰਾ ਝਟਕਾਉਣਾ ਆ ਇਹ ਜਾਇਜ਼ ਹੈ। ਇਹਦੇ ਲਈ ਤੁਹਾਨੂੰ ਜਿਹੜਾ ਹੈ ਰਿਗਵੇਦ ਪੜ੍ਹਨਾ ਬੜਾ ਜ਼ਰੂਰੀ ਹੈ, ਔਰ ਦਸ਼ਮ ਗ੍ਰੰਥ ਪੜ੍ਹਨਾ ਬੜਾ ਜ਼ਰੂਰੀ ਹੈ। ਹੁਣ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਐਡੇ ਬਲੀ ਸੀ ਨਾ, ਉਹ ਜੇ ਚਾਹੁੰਦੇ ਤਾਂ ਸਾਰੇ ਸੰਸਾਰ ਨੂੰ ਸਿੱਖ ਬਣਾ ਸਕਦੇ ਸੀਗੇ। ਬੰਦਾ ਸਿੰਘ ਬਹਾਦਰ ਹੀ ਸਾਰਿਆਂ ਨੂੰ ਸਿੱਖ ਬਣਾ ਸਕਦਾ ਸੀਗਾ, ਇੰਨਾ ਬਲੀ ਸੀ। ਆਪਾਂ ਹੁਣ ਗੱਲ ਕਰਦੇ ਇੰਗਲਿਸ਼ ਦੀ। ਸੰਵਿਧਾਨ ਦੇ ਅੰਦਰ ਇੰਗਲਿਸ਼ ਆਈ ਵੀ ਨਹੀਂ, ਸਿਰਫ 22 ਲੈਂਗੁਏਜਸ ਨੇ। 14 ਲੈਂਗੁਏਜ 1970 ਤੋਂ ਪਹਿਲਾਂ ਸੀਗੀਆਂ, ਫਿਰ ਉਸ ਤੋਂ ਬਾਅਦ 8 ਲੈਂਗੁਏਜ 1970 ਤੋਂ ਬਾਅਦ ਐਡ ਕੀਤੀਆਂ ਗਈਆਂ, ਅਤੇ ਉਹਦੇ ਵਿੱਚ ਚੌਥੇ ਨੰਬਰ 'ਤੇ ਸਾਡੀ ਪੰਜਾਬੀ ਹੈ। ਇੱਕ ਨਵੀਆਂ ਇਹ ਖੋਜ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਸੇ ਤੋਂ ਸ਼ੁਰੂ ਹੋਇਆ, ਸਤਨਾਮ ਤੋਂ, ਅਤੇ ਸੱਸੇ 'ਤੇ ਹੀ ਖਤਮ ਹੋ ਰਿਹਾ ਹੈ। ਮੂਲ ਮੰਤਰ ਦੇ ਅੰਦਰ ਵੀ ਇੰਗਲਿਸ਼ ਦੀ ਵਰਤੋਂ ਕੀਤੀ ਹੋਈ ਹੈ। ਆਦਿ ਸੱਚ, SUCH ਸੱਚ ਹੈ। ਅਗਰ ਸੱਸਾ ਚੱਚਾ ਔਂਕੜ ਹੈ ਥੱਲੇ, ਅਗਰ ਆਦਿ ਹੁੰਦੀ ਉੱਪਰ ਔਂਕੜ ਨਹੀਂ ਹੁੰਦੀ ਤਾਂ ਇਹ ਸੱਚ ਝੂਠ ਵਾਲਾ ਸੱਚ ਬਣ ਜਾਣਾ ਸੀਗਾ ਕਿ ਤੂੰ ਬੜਾ ਸੱਚਾ ਇਨਸਾਨ ਹੈ, ਮੈਂ ਬੜਾ ਝੂਠਾ ਆ। ਪਰ ਜਿੰਨਾ ਕੁ ਆਮ ਅਮੂਮਨ ਤੌਰ 'ਤੇ ਚਰਚਾਵਾਂ ਸੁਣਦੇ ਹਾਂ, ਉਹਦੇ ਵਿੱਚ ਕਿਸੇ ਨੇ ਅੰਗਰੇਜ਼ੀ ਨੂੰ ਲੈ ਕੇ ਜ਼ਿਕਰ ਨਹੀਂ ਸ਼ਾਇਦ ਕਰਿਆ। ਦੇਖੋ ਇਹ ਤਾਂ ਉਹ ਗੱਲ ਹੋ ਗਈ ਨਾ, ਜਿਵੇਂ ਕਿ ਹੁਣ ਬਗਦਾਦ ਦੇ ਪੀਰ ਨੇ ਕਿਹਾ ਸੀਗਾ ਸਾਡੇ ਪੀਰ ਨੇ ਤਾਂ 7 ਆਕਾਸ਼ ਲਿਖੇ ਹੋਏ ਨੇ ਜੀ। ਬਗਦਾਦ ਦੇ ਪੀਰ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕਿਹਾ ਤਾ ਕਿ ਸਾਡੇ ਤਾਂ 7 ਆਕਾਸ਼ ਲਿਖ ਕੇ ਗਏ ਨੇ ਹਜ਼ਰਤ ਮੁਹੰਮਦ ਜੀ, 7 ਪਤਾਲ ਲਿਖ ਕੇ ਗਏ ਨੇ। ਹੁਣ ਮੁਸਲਮਾਨ ਧਰਮ ਕਹਿੰਦੇ ਜੀ ਅਸੀਂ ਸੰਗੀਤ ਨੂੰ ਨਹੀਂ ਮੰਨਦੇ, ਪਰ ਉਹ ਜਿਹੜੀ ਅਜ਼ਾਨ ਹੈ ਉਹ ਵੀ ਤਾਂ ਰਾਗ ਵਿੱਚ ਦਿੰਦੇ ਨੇ। ਉਹ ਭੈਰਵੀ ਰਾਗ ਦੇ ਅੰਦਰ, ਭੈਰਵ ਦੇ ਅੰਦਰ ਉਹ ਅਜ਼ਾਨ ਦਿੱਤੀ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਗੱਲਾਂ ਬਾਤਾਂ ਹੁੰਦੀਆਂ ਨੇ, ਤੇ ਗੱਲ ਜਦੋਂ ਅਧਿਆਤਮ ਦੀ ਹੁੰਦੀ ਆ ਤਾਂ ਉਹਦੇ ਵਿੱਚ ਜੇ ਕਿਹਾ ਜਾਵੇ ਸਿੱਖ ਧਰਮ ਨੂੰ ਲੈ ਕੇ ਕਈ ਚੀਜ਼ਾਂ ਨੂੰ ਦੇਖਦੇ ਹਾਂ ਅਸੀਂ। ਸੋਸ਼ਲ ਮੀਡੀਆ ਤੇ ਵੀ ਲੋਕ ਵਿਚਾਰ ਤਕਰਾਰ ਬਹੁਤ ਕਰਦੇ ਨੇ। ਖੈਰ ਵਿਚਾਰ ਚਰਚਾ ਹੁੰਦੀ ਆ ਤਾਂ ਉਹਦੇ 'ਚੋਂ ਕੋਈ ਨਵੀਆਂ ਗੱਲਾਂ ਵੀ ਨਿਕਲਦੀਆਂ ਨੇਗੀਆਂ, ਪਰ ਦੂਜੇ ਪਾਸੇ ਦੇਖਿਆ ਜਾਵੇ ਕਈ ਮਸਲੇ ਅਜਿਹੇ ਨੇ ਜਿਨ੍ਹਾਂ ਨੂੰ ਲੈ ਕੇ ਲੱਗਦਾ ਹੈ ਕਿ ਆਖਰ ਇਹਨਾਂ ਦਾ ਨਤੀਜਾ ਕੀ ਆ, ਤੇ ਇਹ ਚਰਚਾਵਾਂ ਕਿਸ ਤਰ੍ਹਾਂ ਦੇ ਨਾਲ ਸ਼ੁਰੂ ਹੁੰਦੀਆਂ ਨੇ। ਅੱਜ ਗੱਲ ਕਰਾਂਗੇ, ਸਾਡੇ ਨਾਲ ਭਾਈ ਗੁਰਬਖਸ਼ ਸਿੰਘ ਹੈਗੇ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿ ਪਹਿਲਾਂ ਤਾਂ ਕਿਉਂਕਿ ਇਹਨਾਂ ਨੇ ਰਿਸਰਚ ਕਰੀ ਆ ਬਹੁਤ ਲੰਮਾ ਸਮਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ। ਹਾਲਾਂਕਿ ਬਹੁਤ ਸਕੋਲਰ ਨੇ ਜਿਹੜੇ ਰਿਸਰਚਾਂ ਕਰਦੇ ਨੇ, ਕੀ ਨਵੀਆਂ ਚੀਜ਼ਾਂ ਪਤਾ ਲੱਗਦੀਆਂ ਸਾਡੇ ਗੁਰੂ ਦੀਆਂ ਬਾਣੀ ਨੂੰ ਲੈ ਕੇ। ਤੇ ਦੂਜੇ ਪਾਸੇ ਜਿਹੜਾ ਲਗਾਤਾਰ ਹੀ ਚੱਲਦਾ ਰਹਿੰਦਾ, ਪਿੱਛੇ ਜੇ ਬਹੁਤ ਵੱਡਾ ਵਿਵਾਦ ਵਿੱਕੀ ਥੋਮਸ ਹੋਣਾ ਦਾ ਵੀ ਹੋਇਆ ਮਾਸ ਅੰਡਾ ਖਾਣ ਨੂੰ ਲੈ ਕੇ। ਗੁਰਬਖਸ਼ ਜੀ, ਜੇ ਸ਼ੁਰੂਆਤ ਕਰੀਏ, ਕਿੰਨਾ ਸਮਾਂ ਫਿਰ ਜੇ ਕਹੀਏ ਗੁਰੂ ਗ੍ਰੰਥ ਸਾਹਿਬ ਨੂੰ, ਹਾਲਾਂਕਿ ਮੈਨੂੰ ਲੱਗਦਾ ਵੀ ਉਹਨੂੰ ਘੋਖਣਾ ਤਾਂ ਬਹੁਤ ਮੁਸ਼ਕਿਲ ਚੀਜ਼ ਆ, ਪਰ ਫਿਰ ਵੀ ਕਿੰਨਾ ਕੁ ਸਮਾਂ ਤੁਸੀਂ ਦੇਖਿਆ ਕਰਿਆ, ਤੇ ਹੁਣ ਵੀ ਕੀ ਚੀਜ਼ਾਂ ਨਵੀਆਂ ਪਤਾ ਲੱਗ ਰਹੀਆਂ ਨੇ ਵੀ ਗੁਰੂ ਸਾਹਿਬਾਨਾਂ ਦੇ ਕੀ ਸਿਧਾਂਤ, ਕੀ ਉਪਦੇਸ਼, ਤੇ ਕੀ ਗੱਲਾਂ ਉਹ 'ਚ ਮਨੁੱਖ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜਾ ਖੋਜ ਦਾ ਤੇ ਵਿਸ਼ਾ ਆ, ਇਹ ਕੋਈ ਇੱਕ ਵਾਰ 'ਚ ਖਤਮ ਨਹੀਂ ਹੋ ਸਕਦਾ। ਇਹ ਤਾਂ ਜਿਵੇਂ ਆਪਾਂ ਖੋਜੀ ਜਾਂਦੇ ਨੇ ਉਹ ਵਧੀ ਜਾਂਦਾ ਕੰਮ। ਹੁਣ ਜੇ ਆਪਾਂ ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪਹਿਲਾਂ ਆਪਾਂ ਸਾਇੰਸ ਦੀ ਗੱਲ ਕਰ ਲਈ। ਹੁਣ ਸਾਇੰਸ ਨੇ ਖੋਜ ਕੀਤੀ ਹੈ ਕਿ ਜਿਵੇਂ ਕਿ ਇੱਕ ਬਲੈਕ ਹੋਲ ਹੁੰਦਾ ਹੈ, ਬਟ ਬਲੈਕ ਹੋਲ ਤੋਂ ਇਲਾਵਾ ਇੱਕ ਵਾਈਟ ਹੋਲ ਵੀ ਹੁੰਦਾ ਹੈ, ਜਿਹਦਾ ਬ੍ਰਹਮੰਡ ਪੁਰਾਣ ਦੇ ਅੰਦਰ ਜ਼ਿਕਰ ਕੀਤਾ ਹੋਇਆ ਹੈ। ਹੁਣ ਅੱਜ ਇੱਕ ਜਿਵੇਂ ਕਿ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਇਹ ਕਹਿੰਦਾ ਹੁਣ ਅਸੀਂ ਭਾਰਤ ਨਾਮ ਰੱਖਣ ਲੱਗੇ ਹਾਂ ਇੰਡੀਆ ਤੋਂ, ਅਤੇ ਸ਼੍ਰੀਮਦ ਭਾਗਵਤ ਗੀਤਾ ਨੂੰ ਸਟੱਡੀ ਕੀਤਾ ਅਸੀਂ, ਉਹਦੇ ਅੰਦਰ ਪਹਿਲੇ ਲਿਖਿਆ ਹੋਇਆ ਹੈ ਭਾਰਤ ਸ਼ਬਦ, ਉਹ ਪਹਿਲੇ ਰਜਿਸਟਰ ਹੋਇਆ। ਯਦਾ ਯਦਾ ਹੀ ਧਰਮਸਯ ਗਲਾਨਿਰਭਵਤੀ ਭਾਰਤ ਅਭ్యుత్థానਮ ਅਧਰਮਸਯ ਤਦਾਤਮਾਨਮ ਸਿਰਜਾਮਯਹਮ ਪਰਿਤ੍ਰਾਣਾయ ਸਾਧੂਨਾਮ ਵਿਨਾਸ਼ਾయ ਚ ਦੁਸ਼ਕ੍ਰਿਤਾਮ ਧਰਮ ਸੰਸਥਾਪਨਾ ਅਰਥਾय ਸੰਭਵਾਮੀ ਯੁਗੇ ਯੁਗੇ। ਹੁਣ ਇਹ ਜਿਹੜਾ ਸ਼ਲੋਕ ਹੈ ਇਹਦੇ ਵਿੱਚ ਪਹਿਲੇ ਲਿਖਿਆ ਹੋਇਆ ਹੈ ਯਦਾ ਯਦਾ ਹੀ ਧਰਮਸਯ ਗਲਾਨਿਰਭਵਤੀ ਭਾਰਤ ਹੈ।
ਹੁਣ ਭਾਰਤ ਪਹਿਲਾਂ ਹੀ ਰਜਿਸਟਰ ਕੀਤਾ ਹੋਇਆ ਭਗਵਦ ਗੀਤਾ 'ਚ। ਇਹ ਇੱਕ ਸਟੰਟ ਹੈ ਕਿ ਹਾਂ ਜੀ ਭਾਰਤ ਨੂੰ ਇੰਡੀਆ, ਇੰਡੀਆ ਨੂੰ ਭਾਰਤ ਕਰ ਦੇਣਾ। ਹੁਣ ਇਹ ਵੀ ਇੱਕ ਖੋਜ ਦਾ ਹੀ ਵਿਸ਼ਾ ਮੇਰੀ, ਇਹ ਵੀ ਖੋਜ ਕੀਤੀ ਹੋਈ ਹੈ। ਹੁਣ ਸਾਇੰਸ ਨੇ ਜਿਹੜੀ ਖੋਜ ਕੀਤੀ ਹੈ ਉਹ ਬਲੈਕ ਹੋਲ ਦੀ ਖੋਜ ਕੀਤੀ ਹੈ। ਇੱਕ ਵਾਈਟ ਹੋਲ ਵੀ ਹੈ, ਇੱਕ ਵਾਈਟ ਹੋਲ ਤੋਂ ਇਲਾਵਾ ਇੱਕ ਸੁਪਰ ਵਾਈਟ ਹੋਲ ਵੀ ਹੈ। ਉੱਥੇ ਤੱਕ ਸਾਇੰਸ ਨੂੰ, ਉੱਥੇ ਤੱਕ ਪਹੁੰਚਣ ਵਾਸਤੇ ਕਈ ਕਰੋੜ ਸਾਲ ਲੱਗ ਜਾਣਗੇ। ਸੋ ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਖੋਜ ਕਰੀਏ, ਉਹ ਜਾਂ ਉਹਨਾਂ ਦਾ ਜ਼ਿਕਰ ਕਰੀਏ, ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਹੈ, ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਬ੍ਰਹਮੰਡ ਵਿੱਚ ਹੈ ਉਹੀ ਸਾਡੇ ਸਰੀਰ ਦੇ ਵਿੱਚ ਹੈ। ਧਰਤੀ ਵਿੱਚ ਆਇਰਨ ਹੈ, ਬੋਡੀ 'ਚ ਆਇਰਨ ਹੈ। ਧਰਤੀ ਵਿੱਚ ਮੈਗਨੀਸ਼ੀਅਮ ਹੈ, ਬੋਡੀ ਵਿੱਚ ਮੈਗਨੀਸ਼ੀਅਮ ਹੈ, ਪੋਟਾਸ਼ੀਅਮ ਹੈ। ਜੋ ਜੋ ਸਾਡੇ ਸਰੀਰ ਦੇ ਅੰਦਰ ਪ੍ਰੋਟੀਨ ਹੈ ਉਹ ਧਰਤੀ ਦੇ ਅੰਦਰ ਹੀ ਹੈ। ਉਹ ਧਰਤੀ ਦੇ ਅੰਦਰ 72% ਪਾਣੀ ਹੈ, ਸਰੀਰ 'ਚ 72% ਪਾਣੀ ਹੈ। ਉਸੇ ਤਰੀਕੇ ਨਾਲ ਇਹ ਸਾਰਾ ਧਰਤੀ ਤੋਂ ਵੀ ਬਣਿਆ ਸਰੀਰ ਹੈ, ਧਰਤੀ ਵਿੱਚ ਸਮਾ ਜਾਣਾ ਹੈ। ਜੋ ਜੋ ਚੀਜ਼ਾਂ ਧਰਤੀ ਦੇ ਅੰਦਰ ਹੈ, ਆਕਾਸ਼ ਬ੍ਰਹਮੰਡ ਵਿੱਚ ਹੈ। ਬ੍ਰਹਮੰਡ ਵਿੱਚ ਸੂਰਜ ਹੈਗਾ ਆ, ਅਤੇ ਸਾਡੇ ਅੰਦਰ ਵੀ ਸੂਰਜ ਹੈ। ਅਤੇ ਜੇ ਆਪਾਂ ਪਾਮਿਸਟਰੀ ਕਰਦੇ ਆ, ਜੋਤਿਸ਼ ਵਿਦਿਆ ਨੂੰ ਸਟੱਡੀ ਕਰਦੇ ਆ, ਸਮੁੰਦਰ ਸ਼ਾਸਤਰ ਨੂੰ ਸਟੱਡੀ ਕਰਦੇ ਆ, ਇਹ ਹੱਥਾਂ ਦੇ ਉੱਤੇ ਸੂਰਜ ਆ। ਸਾਡੀ ਤੀਜੀ ਉਂਗਲੀ ਦੇ ਥੱਲੇ ਜਿਹੜਾ ਆਹ ਪਰਬਤ ਬਣਿਆ ਹੋਇਆ, ਇੱਥੇ ਸੂਰਜ ਹੈ। ਅਤੇ ਸੂਖਸ਼ਮਾ ਨਾੜੀ, ਚੰਦਰ ਨਾਸਿਕਾ, ਸੂਰਜ ਨਾਸਿਕਾ ਵੀ ਹੁੰਦੀਆਂ ਹੈ। ਠੰਡਾ ਗਰਮ ਵੀ ਹੁੰਦਾ। ਜ਼ੁਕਾਮ ਜਿੱਥੋਂ ਇਨਸਾਨ ਨੂੰ ਹੁੰਦਾ, ਬੁਖਾਰ ਹੁੰਦਾ, ਸੂਰਜ ਕਰਕੇ ਹੀ ਹੁੰਦਾ ਹੈ। ਜ਼ੁਕਾਮ ਚੰਦਰਮਾ ਕਰਕੇ ਹੁੰਦਾ ਹੈ। ਉਹ ਬੋਡੀ ਦੇ ਅੰਦਰ ਵੀ ਹੈ ਸੂਰਜ, ਬੋਡੀ ਦੇ ਅੰਦਰ ਚੰਦਰਮਾ ਵੀ ਹੈ। 9 ਦੇ 9 ਗ੍ਰਹਿ ਹੱਥਾਂ ਦੇ ਉੱਤੇ ਹੈਗੇ ਇਨਸਾਨ ਦੇ, 9 ਦੇ 9 ਗ੍ਰਹਿ ਉੱਪਰ ਵੀ ਹੈਗੇ ਨੇ। ਸੋ ਇਹ ਖੋਜ ਦਾ ਹੀ ਵਿਸ਼ਾ ਚੱਲ ਰਿਹਾ ਹੈ। ਅਤੇ ਬੰਦੇ ਖੋਜ ਦਿਲ ਹਰ ਰੋਜ਼, ਆਪਾਂ ਆਪਣੇ ਦਿਲ ਨੂੰ ਖੋਜਣਾ ਹੈ। ਉਹ ਦਿਲ ਦੇ ਅੰਦਰ ਹੀ ਪ੍ਰਮਾਤਮਾ ਇੱਕ ਬਹੁਤ ਸੌਫਟ ਤਰੀਕੇ ਨਾਲ ਪ੍ਰਮਾਤਮਾ ਨੇ ਆਪਣਾ ਆਸਣ ਲਾਇਆ ਹੋਇਆ ਦਿਲ ਦੇ ਅੰਦਰ ਹੀ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਖੋਜਾਂ ਆ, ਉਹਦੇ ਵਿੱਚ ਅਸੀਂ ਇੱਕ ਨਵੀਆਂ ਇਹ ਖੋਜ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਸੇ ਤੋਂ ਸ਼ੁਰੂ ਹੋਇਆ, ਸਤਨਾਮ ਤੋਂ, ਅਤੇ ਸੱਸੇ 'ਤੇ ਹੀ ਖਤਮ ਹੋ ਰਿਹਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਰਾਗਾਂ ਦੇ ਅੰਦਰ 31 ਰਾਗ ਗਾਏ ਹੋਏ ਨੇ। ਕੋਈ ਐਸਾ ਗ੍ਰੰਥ ਨਹੀਂ ਜਿਹਦੇ 'ਚ ਰਾਗਾਂ ਦੇ ਅੰਦਰ ਹੀ ਗਾਇਨ ਕੀਤਾ ਜਾਏ, ਕੋਈ ਐਸਾ ਗ੍ਰੰਥ ਨਹੀਂ ਹੈ। ਹੁਣ ਮੁਸਲਮਾਨ ਧਰਮ ਕਹਿੰਦੇ ਜੀ ਅਸੀਂ ਸੰਗੀਤ ਨੂੰ ਨਹੀਂ ਮੰਨਦੇ, ਪਰ ਉਹ ਜਿਹੜੀ ਅਜ਼ਾਨ ਹੈ ਉਹ ਵੀ ਤਾਂ ਰਾਗ ਵਿੱਚ ਦਿੰਦੇ ਨੇ। ਉਹ ਭੈਰਵੀ ਰਾਗ ਦੇ ਅੰਦਰ, ਭੈਰਵ ਦੇ ਅੰਦਰ ਉਹ ਅਜ਼ਾਨ ਦਿੱਤੀ ਜਾਂਦੀ ਹੈ। ਹੁਣ ਹਰ ਚੀਜ਼ ਹੀ ਗਾ ਰਹੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਗਾ ਕੇ ਹੀ ਉਹਨਾਂ ਨੇ ਪੂਰਾ ਕੀਤਾ ਹੋਇਆ, ਗੁਰੂ ਨਾਨਕ ਦੇਵ ਪਾਤਸ਼ਾਹ ਨੇ। ਦੇਖੋ ਗਾਇਨ ਸ਼ੈਲੀ ਸਿੱਖ ਧਰਮ 'ਚ ਪ੍ਰਮੁੱਖ ਰੱਖੀ ਗਈ ਹੈ। ਉਹਦੇ ਵਿੱਚ ਜਿਵੇਂ ਕਿ ਹੁਣ ਜਦੋਂ ਵੀ ਮਹਾਰਾਜ ਨੂੰ ਕੋਈ ਕੋਡਾ ਰਾਖਸ਼ ਮਿਲਿਆ ਹੈ, ਸੱਜਣ ਠੱਗ ਮਿਲਿਆ ਹੈ, ਗਣਕਾ ਪਾਪਣ ਮਿਲੀ ਹੈ, ਜਾਦੂਗਰਨੀਆਂ ਮਿਲੀਆਂ, ਤਾਂ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਨਹੀਂ, ਸਿਰਫ ਗਾਇਆ। ਉਦੋਂ ਉਹਨਾਂ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆ ਬਾਣੀ ਆਈ ਹੈ, ਰਬਾਬ ਛੇੜ ਲੈ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬੋਲ ਸੀਗੇ। ਅਤੇ ਜਿੱਥੇ ਵੀ ਉਹਨਾਂ ਨੂੰ ਲੋੜ ਪਈ, ਉਹਨਾਂ ਨੇ ਸਿਰਫ ਗਾ ਕੇ ਹੀ ਲੋਕਾਂ ਨੂੰ ਸਮਝਾਇਆ ਆ, ਲੋਕਾਂ ਨੂੰ ਤਾਰਿਆ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਮੇਰੀ ਦੂਜੀ ਖੋਜ ਹੈ ਕਿ ਲੋਕਾਂ ਨੇ ਹੋਰ ਵਿਚਾਰ, ਹੋਰ ਬੜੇ ਬੁੱਧੀਜੀਵਾਂ ਨੇ, ਟਕਸਾਲਾਂ ਨੇ ਅਤੇ ਹੋਰ ਸੰਪਰਦਾਵਾਂ ਨੇ ਖੋਜਾਂ ਕਰੀਆਂ ਨੇ ਕਿ 13-14 ਬਾਣੀਆਂ ਨੇ, 13-14 ਲੈਂਗੁਏਜਸ ਨੇ, ਪਰ ਉਹਦੇ ਵਿੱਚ ਇੰਗਲਿਸ਼ ਦੀ ਵੀ ਵਰਤੋਂ ਕੀਤੀ ਹੋਈ ਹੈ ਮਹਾਰਾਜ ਨੇ। ਉਸ ਸਮੇਂ ਦੇ ਦੌਰਾਨ ਫਿਰ ਅੰਗਰੇਜ਼ੀ ਸੀ ਜਾਂ ਇਹ ਕਹੀਏ? ਦੇਖੋ ਜਿਹੜਾ ਅੰਗਰੇਜ਼ੀ 1000-1200 ਸਾਲ ਪੁਰਾਣੀ ਹੈ, ਚੱਲਦੀ ਆ ਰਹੀ ਹੈ। ਹੁਣ ਗੁਰੂ ਤਾਂ ਪੂਰਾ ਤਾਂ ਹੀ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇਹ ਦੇਖੋ ਕਲਾ ਦੇਖੋ, ਗੁਰੂ ਅੰਗਦ ਦੇਵ ਮਹਾਰਾਜ ਨੇ ਕਿਵੇਂ ਮਤਲਬ ਕਿ ਗੁਰਮੁਖੀ ਦੇ ਅੰਦਰ ਇੰਗਲਿਸ਼ ਪਾ ਦਿੱਤੀ ਗਈ ਹੈ। ਹੁਣ ਆਪਾਂ ਦੇਖੋ, ਮੈਂ ਤੁਹਾਨੂੰ ਥੋੜ੍ਹੀ ਜਾਣਕਾਰੀ ਦਿੰਦਾ ਵਾਂ। ਮੂਲ ਮੰਤਰ ਦੇ ਅੰਦਰ ਵੀ ਇੰਗਲਿਸ਼ ਦੀ ਵਰਤੋਂ ਕੀਤੀ ਹੋਈ ਹੈ। ਆਦਿ ਸੱਚ, SUCH ਸੱਚ ਹੈ। ਅਗਰ ਸੱਸਾ ਚੱਚਾ ਔਂਕੜ ਹੈ ਥੱਲੇ, ਅਗਰ ਆਦਿਕ ਹੁੰਦੀ ਉੱਪਰ ਔਂਕੜ ਨਹੀਂ ਹੁੰਦੀ ਤਾਂ ਇਹ ਸੱਚ ਝੂਠ ਵਾਲਾ ਸੱਚ ਬਣ ਜਾਣਾ ਸੀਗਾ ਕਿ ਤੂੰ ਬੜਾ ਸੱਚਾ ਇਨਸਾਨ ਹੈ, ਮੈਂ ਬੜਾ ਝੂਠਾ ਆ। ਇੱਥੇ ਮਹਾਰਾਜ ਨੇ ਸੱਸਾ ਚੱਚਾ ਥੱਲੇ ਔਂਕੜ ਪਾ ਕੇ ਸੱਚ ਬਣਾ ਦਿੱਤਾ, ਸੱਚ। ਅਤੇ ਇਹ ਇੰਗਲਿਸ਼ SUCH ਹੈ। ਇਹਦਾ ਅਰਥ ਹੈ ਪਰਮਾਤਮਾ ਆਦਿ ਤੋਂ ਮੌਜੂਦ ਹੈ, ਹੁਣ ਵੀ ਮੌਜੂਦ ਹੈ, ਪਹਿਲਾਂ ਵੀ ਮੌਜੂਦ ਸੀ ਅਤੇ ਅੱਗੇ ਵੀ ਉਹੀ ਮੌਜੂਦ ਰਹੇਗਾ। ਇਹ ਹੈ। ਆਹ ਜਪਜੀ ਸਾਹਿਬ ਦੇ ਥੋੜ੍ਹਾ ਅੱਗੇ ਹੋਰ ਚੱਲਦੇ ਆਪਾਂ। ਸੱਚਖੰਡ ਵਸੈ ਨਿਰੰਕਾਰ ਵਾਲੀ ਜਦੋਂ ਤੁਕ ਆਉਂਦੀ, ਉਸ ਤੋਂ ਬਾਅਦ ਆਉਂਦਾ ਤਿੱਥੈ ਲੋ ਆਕਾਰ। ਸੱਚਖੰਡ ਦੇ ਅੰਦਰ ਬੜੇ ਮੱਧਮ ਆਕਾਰ ਘੁੰਮ ਰਹੇ ਨੇ। ਉਹ ਇੱਕ ਦੂਜੇ ਨਾਲ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਨਾ, ਇਹ ਤਾਂ ਗੱਲਾਂ ਦਾ ਵਿਸ਼ਾ, ਇਹ ਸੰਸਾਰਿਕ ਆ ਗੱਲਾਂ ਦਾ ਵਿਸ਼ਾ। ਜਦੋਂ ਤੁਹਾਡੇ ਸਹਸਤਰਾਰ ਚੱਕਰ 'ਤੇ
ਊਰਜਾ ਜਾਂਦੀ ਹੈ ਬੋਡੀ ਦੇ ਸਰੀਰ ਦੇ ਅੰਦਰ 7 ਚੱਕਰ ਹੁੰਦੇ ਨੇ। ਉਹ 7 ਚੱਕਰਾਂ ਨੂੰ ਜੀਵਨ ਸ਼ਕਤੀ ਵਿੰਨ੍ਹਦੀ ਹੋਈ ਮੂਲਾਧਾਰ ਨੂੰ ਕ੍ਰੋਸ ਕਰਦੀ ਹੈ, ਉਹਦੀ ਚਾਰੇ ਪੰਖੜੀਆਂ ਨੂੰ ਭੰਨਦੀ ਹੈ, ਫਿਰ ਸਵਦਿਸ਼ਟਾਨ ਚੱਕਰ ਨੂੰ ਤੋੜਦੀ ਹੈ, ਫਿਰ ਉਸ ਤੋਂ ਬਾਅਦ ਮਣੀਪੁਰ ਚੱਕਰ ਨੂੰ ਖੋਲ੍ਹਦੀ ਜਾਂਦੀ ਹੈ, ਅਨਾਹਤ ਚੱਕਰ 'ਤੇ ਬੈਠਦੀ ਹੈ, ਆਪਣਾ ਵਿਸ਼ੁੱਧੀ ਚੱਕਰ 'ਤੇ ਬੈਠਦੀ ਹੈ, ਫਿਰ ਜਾ ਕੇ ਉਹ ਆਗਿਆ ਚੱਕਰ ਨੂੰ ਕ੍ਰੋਸ ਕਰਕੇ ਸਹਿਸਤਰਾਰ 'ਤੇ ਜਦੋਂ ਪਹੁੰਚਦੀ ਹੈ ਨਾ, ਫਿਰ ਆਪਣੀਆਂ ਗੱਲਾਂ ਨਹੀਂ ਹੁੰਦੀ, ਤਿੱਥੇ ਕਥਨਾ ਕਰੜਾ ਸਾਰ ਹੋ ਜਾਂਦਾ, ਠੀਕ ਨਾ। ਉਹ ਕਰੜਾ ਸਾਰ ਬਣ ਜਾਂਦਾ, ਉਹ ਕਿਹਾ ਨਹੀਂ ਜਾ ਸਕਦਾ। ਪਰ ਇਦੋਂ ਪਹਿਲਾਂ ਜਿਹੜੇ ਬੁੱਧੀਜੀਵੀ ਨੇ, ਖੈਰ ਕਰਿਆ ਵੀ ਹੋਵੇ ਕਿਸੇ ਨੇ, ਪਰ ਜਿੰਨਾ ਕੁ ਆਮ ਅਮੂਮਨ ਤੌਰ ਤੇ ਚਰਚਾਵਾਂ ਸੁਣਦੇ ਆ ਉਹਦੇ ਵਿੱਚ ਕਿਸੇ ਨੇ ਅੰਗਰੇਜ਼ੀ ਨੂੰ ਲੈ ਕੇ ਜ਼ਿਕਰ ਨਹੀਂ ਸ਼ਾਇਦ ਕਰਿਆ ਹੈ। ਦੇਖੋ ਇਹ ਤਾਂ ਉਹ ਗੱਲ ਹੋ ਗਈ ਨਾ, ਜਿਵੇਂ ਕਿ ਹੁਣ ਬਗਦਾਦ ਦੇ ਪੀਰ ਨੇ ਕਿਹਾ ਸੀਗਾ ਸਾਡੇ ਪੀਰ ਨੇ ਤਾਂ 7 ਆਕਾਸ਼ ਲਿਖੇ ਹੋਏ ਨੇ ਜੀ। ਬਗਦਾਦ ਦੇ ਪੀਰ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕਿਹਾ ਤਾਂ ਕਿ ਸਾਡੇ ਤਾਂ 7 ਆਕਾਸ਼ ਲਿਖ ਕੇ ਗਏ ਨੇ ਹਜ਼ਰਤ ਮੁਹੰਮਦ ਜੀ, 7 ਪਤਾਲ ਲਿਖ ਕੇ ਗਏ ਉਹਨੇ। ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਕਿ ਹਾਂਜੀ ਜਿਵੇਂ ਉਹਨਾਂ ਦੀ ਮੱਤ ਹੈ, ਉਹਨਾਂ ਨੇ ਜਿੰਨਾ ਕੁ ਉਹਨਾਂ ਨੂੰ ਸੋਝੀ ਪਈ ਹੈ ਉਨਾ ਕੁ ਉਹਨਾਂ ਨੂੰ ਦੇਖ ਲਿਆ। ਪਰ ਮਹਾਰਾਜ ਕਹਿੰਦੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। 7 ਪਤਾਲ ਨੇ, ਅਤਲ ਬਿਤਲ ਸੁਤਲ ਰਸਾਤਲ, ਇਹ 7 ਪਤਾਲ ਨੇ, ਅਤਲ ਬਿਤਲ ਸੁਤਲ ਮਹਾਤਲ ਤਲਾਤਲ ਰਸਾਤਲ, ਇਹ 7 ਪਤਾਲ ਨੇ, ਅੱਗੇ ਪਿੱਛੇ ਨਾਮ ਹੋ ਰਹੇ ਨੇ, ਇਹ 7 ਪਤਾਲ ਨੇ। ਚਿਦਾ ਆਕਾਸ਼, ਘਟਾ ਆਕਾਸ਼, ਮਟਾ ਆਕਾਸ਼, ਉੱਪਰ 7 ਆਕਾਸ਼ ਨੇ। ਸੋ ਇਹ ਇੱਕ ਬ੍ਰਹਮੰਡ ਦੀ ਗੱਲ ਆਪਾਂ ਕਰੀਏ ਤੇ ਹਜ਼ਰਤ ਮੁਹੰਮਦ ਜੀ ਨੇ ਇੱਕ ਬ੍ਰਹਮੰਡ ਦੀ ਗੱਲ ਕੀਤੀ ਸੀ ਕਿ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਪਾਤਾਲਾ ਪਾਤਾਲ ਲੱਖ, ਉਹਨਾਂ ਦੀ ਜਿੰਨੀ ਮੱਤ ਸੀ। ਹੁਣ ਉਸੇ ਤਰੀਕੇ ਨਾਲ ਜਿੰਨੀ ਕੁ ਮੈਨੂੰ ਅਨੁਭਵ ਮਿਲਿਆ, ਜਿੰਨੀ ਕੁ ਮੇਰੀ ਮੱਤ ਮਹਾਰਾਜ ਨੇ ਬਣਾਈ ਹੈ, ਉਸੇ ਹਿਸਾਬ ਨਾਲ ਮੈਂ ਆਪਣੀ ਖੋਜ ਕੀਤੀ ਹੈ, ਵਾਹਿਗੁਰੂ ਨੇ ਖੋਜ ਕਰਵਾਈ ਹੈ, ਵਾਹਿਗੁਰੂ ਦੇ ਹੁਕਮ ਦੇ ਨਾਲ ਖੋਜ ਹੋਈ ਹੈ। ਹੁਣ ਇਹਦੇ ਵਿੱਚ ਤਿੱਥੈ ਲੋ ਆਕਾਰ ਦੀ ਆਪਾਂ ਗੱਲ ਕਰਦੇ ਸੀ ਕਿ ਇਹ ਲੋ ਮੈਨੇ ਕਿਹਾ ਹੁੰਦਾ, LOW ਲੋ, ਮੱਧਮ ਮੱਧਮ ਆਕਾਰ। ਮੱਧਮ ਨੂੰ ਇੰਗਲਿਸ਼ ਕਿਹਾ ਕਿਹਾ ਗਿਆ, ਗੁਰਮੁਖੀ 'ਚ ਕਿੱਦਾਂ ਰੱਖਿਆ, ਲੋ ਆਕਾਰ। ਉਸ ਤੋਂ ਅੱਗੇ ਚੱਲਦੇ ਆਪਾਂ, ਫਿਰ ਆ ਜਾਂਦਾ ਹੈ ਸ਼ਲੋਕ, ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਵਾਚੇ ਮੈਨੇ ਹੁੰਦਾ ਚੌਂਕੀਦਾਰ, ਚਿੱਤਰਗੁਪਤ ਚੌਂਕੀਦਾਰ ਮੋਢੇ ਤੇ ਬੈਠੇ ਨੇ। ਜੇ 7 ਅਰਬ ਦੀ ਆਬਾਦੀ ਹੈ, 7 ਦੂਣੀ 14 ਅਰਬ ਤਾਂ ਚਿੱਤਰਗੁਪਤ ਬੈਠਿਆ। ਜੇ ਦੇਖਿਆ ਜਾਵੇ ਤਾਂ ਸੂਖਸ਼ਮ ਜਗਤ ਬਹੁਤ ਵੱਡਾ ਆ। ਹੁਣ ਜਿਵੇਂ ਕਿ ਆਪਣਾ ਇਹ ਵਾਚੈ, ਵਾਚੇ ਤੋਂ ਇੰਗਲਿਸ਼ 'ਚ ਕਰੋ ਤੁਸੀਂ WATCHEY, ਵਾਚੈ ਚੌਂਕੀਦਾਰ, ਇਹਦਾ ਮਤਲਬ ਇਹ ਬਣਦਾ। ਪਰ ਇਹ ਚੀਜ਼ਾਂ ਨੂੰ ਲੈ ਕੇ ਜਦੋਂ ਤੁਹਾਨੂੰ ਲੱਗਿਆ ਕਿ ਜਿਵੇਂ ਹੁਣ ਤੁਸੀਂ ਇਹ ਸ਼ਬਦਾਂ ਨੂੰ ਲੈ ਕੇ ਫਿਰ ਉਹਨਾਂ ਦੇ ਅਰਥ ਤੇ ਜੇ ਗੱਲ ਕਰੀਏ ਤਾਂ ਕਿਉਂਕਿ ਜਿਹੜਾ ਬੰਦਾ ਜਦੋਂ ਇੱਕ ਵਾਰੀ ਆਪਾਂ ਨੂੰ ਲੱਗਦਾ ਵੀ ਸ਼ਾਇਦ ਇਸ ਚੀਜ਼ ਐਵੇਂ ਆ, ਫਿਰ ਉਹਨੂੰ ਪੁਖਤਾ ਕਰਦੇ ਆ। ਇਹਨੂੰ ਬਕਾਇਦਾ ਤੌਰ ਤੇ ਹੋਰਾਂ ਨਾਲ ਵੀ ਚਰਚਾਵਾਂ ਕਰੀਆਂ, ਪੁਖਤਾ ਹੋਈਆਂ ਇਹ ਚੀਜ਼ ਕਿ ਹਾਂ ਜੋ ਮੈਂ ਸੋਚ ਰਿਹਾ ਵੀ ਉਹੀ ਹੀ ਉਸੇ ਤਰ੍ਹਾਂ ਦੇ ਨਾਲ ਇਹ ਹੈਗਾ, ਹੋ ਸਕਦਾ ਪਹਿਲਾਂ ਕਿਸੇ ਦਾ ਧਿਆਨ ਨਾ ਗਿਆ। ਨਹੀਂ ਬਿਲਕੁਲ, ਮੈਂ ਜਿਨ੍ਹਾਂ ਨੇ ਇੰਗਲਿਸ਼ ਦੇ ਅੰਦਰ ਬਹੁਤ ਅੱਛੀ ਕੁਆਲੀਫਿਕੇਸ਼ਨ ਕੀਤੀ ਹੋਈ ਹੈ ਅਤੇ ਉਹਨਾਂ ਨਾਲ ਮੈਂ ਬੈਠ ਕੇ ਗੱਲਬਾਤ ਕੀਤੀ ਹੈ। ਖੁਦ ਮੇਰੇ ਛੋਟੇ ਬ੍ਰਦਰ ਨੇ ਬਹੁਤ ਵਧੀਆ ਇੰਗਲਿਸ਼ ਦਾ ਕੋਰਸ ਕੀਤਾ ਹੋਇਆ, ਬਟ ਮੈਂ ਇੰਗਲਿਸ਼ ਨੂੰ ਨਹੀਂ ਮੰਨਦਾ ਕਿਉਂਕਿ ਸੰਵਿਧਾਨ ਦੇ ਅੰਦਰ ਇੰਗਲਿਸ਼ ਨਹੀਂ ਹੈਗੀ। ਈਵਨ ਕਿ ਸਾਰੇ ਜੱਜਾਂ ਦੇ ਨਾਲ ਕਈ ਵਾਰ ਮੈਂ ਜਾਂਦਾ ਹੁੰਦਾ ਆ, ਮੇਰੇ ਵੀ ਛੋਟੇ ਮੋਟੇ ਯਾਰ ਦੋਸਤ, ਉਹਨਾਂ ਨਾਲ ਜਾਣਾ ਪੈ ਜਾਂਦਾ ਆ ਅਤੇ ਉੱਥੇ ਜੱਜ ਸਾਰੀ ਇੰਗਲਿਸ਼ 'ਚ ਗੱਲ ਕਰਦੀ ਆ, ਜਿਹੜਾ ਮੁਲਜ਼ਮ ਹੁੰਦਾ ਆ। ਹੁਣ ਕਈ ਵਾਰ ਦੇਖੋ ਇੱਥੇ ਮੇਰਾ ਇਹੀ ਟੋਪਿਕ ਫਿਰ ਛਿੜ ਜਾਂਦਾ, ਇਹ ਹੋਰ ਪਾਸੇ ਚੱਲ ਜਾਏਗੀ ਗੱਲ, ਪਰ ਮੈਂ ਇੱਥੇ ਰੋਕਾਂਗਾ ਗੱਲ ਨੂੰ। ਗੱਲ ਇਹ ਹੈ ਕਿ ਜਿਹੜੇ ਇੰਗਲਿਸ਼ ਦੀ ਵਰਤੋਂ ਹੈ ਨਾ, ਉਹ ਬਿਲਕੁਲ ਹੀ ਮਹਾਰਾਜ ਨੇ ਬਹੁਤ ਘੱਟ ਰੱਖੀ ਆ, ਬਹੁਤ ਹੀ ਲਾਈਟ ਯੂਜ਼ ਕੀਤਾ। ਜਿਵੇਂ ਆਪਾਂ ਹੁਣ ਮੈਂ ਗੱਲ ਕਰਦਾ ਲਾਈਟ ਸ਼ਬਦ ਯੂਜ਼ ਕੀਤਾ, ਐਵੇਂ ਬਹੁਤ ਲਾਈਟ ਮਹਾਰਾਜ ਨੇ ਯੂਜ਼ ਕੀਤਾ ਹੋਇਆ ਹੈ ਇੰਗਲਿਸ਼ ਦਾ। ਅਤੇ ਹੁਣ ਜਿਵੇਂ ਕਿ ਆਪਾਂ ਹੁਣ ਗੱਲ ਕਰਦੇ ਇੰਗਲਿਸ਼ ਦੀ, ਸੰਵਿਧਾਨ ਦੇ ਅੰਦਰ ਇੰਗਲਿਸ਼ ਆਏ ਵੀ ਨਹੀਂ, ਸਿਰਫ 22 ਲੈਂਗੁਏਜਸ ਨੇ। 14 ਲੈਂਗੁਏਜ 1970 ਤੋਂ ਪਹਿਲਾਂ ਸੀਗੀਆਂ, ਫਿਰ ਉਸ ਤੋਂ ਬਾਅਦ 8 ਲੈਂਗੁਏਜ 1970 ਤੋਂ ਬਾਅਦ ਐਡ ਕੀਤੀਆਂ ਗਈਆਂ, ਅਤੇ ਉਹਦੇ ਵਿੱਚ ਚੌਥੇ ਨੰਬਰ 'ਤੇ ਸਾਡੀ ਪੰਜਾਬੀ ਹੈ, ਤੀਜੇ ਨੰਬਰ 'ਤੇ ਹਿੰਦੀ ਹੈ, ਚੌਥੇ ਨੰਬਰ 'ਤੇ ਪੰਜਾਬੀ ਹੈ, ਗੁਜਰਾਤੀ, ਮਰਾਠੀ, ਸੰਸਕ੍ਰਿਤੀ, ਇਹ ਸਾਰੀਆਂ 14 ਲੈਂਗੁਏਜ ਇੱਦਾਂ ਦੀ ਸੰਵਿਧਾਨ ਦੇ ਅੰਦਰ ਹੈ। ਇੰਗਲਿਸ਼ ਨਹੀਂ ਹੈ, ਪਰ ਹੈਰਾਨਗੀ ਦੀ ਗੱਲ ਹੈ ਕਿ ਅੱਜ ਇੰਗਲਿਸ਼ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੁੰਦੀ। ਤਾਂ ਉਹ ਸੰਵਿਧਾਨ ਦਾ ਸਭ ਤੋਂ ਬੜਾ ਕਾਨੂੰਨ ਤੋੜਿਆ ਜਾ ਰਿਹਾ ਹੈ ਜੀ। ਭਾਈ ਸਾਹਿਬ ਜਿਵੇਂ ਵਾਹਿਗੁਰੂ ਦੀ ਗੱਲ ਆਉਂਦੀ ਹੈ, ਜਿਵੇਂ ਹਰ ਇੱਕ ਬੰਦਾ ਜਦੋਂ ਕੋਈ ਵੀ ਔਖੇ 'ਚ ਹੋਵੇ ਸੌਖੇ 'ਚ ਹੋਵੇ ਤਾਂ ਵਾਹਿਗੁਰੂ ਕਹਿੰਦਾ, ਅਤੇ ਬਹੁਤ ਸਾਰੇ ਲੋਕਾਂ ਨੇ ਤਾਂ ਖੈਰ ਜਿਵੇਂ ਇਹਨੂੰ ਕਹਿੰਦੇ ਆ ਵੀ ਇੱਕ ਆਪਦਾ ਗੱਲਬਾਤ ਕਰਨ ਦਾ ਜ਼ਰੀਆ ਵੀ ਬਣਾਇਆ ਵੀ ਤਾਂ ਕਿ ਰੱਬ ਦਾ ਨਾਮ ਵੀ ਨਾਲ ਨਾਲ ਅਸੀਂ ਯਾਦ ਰੱਖੀਏ। ਇਹਦੇ ਅਸਲ ਤੌਰ 'ਤੇ ਮਾਇਨੇ ਨੇ ਜਿਹੜੇ ਬਹੁਤੇ ਸਾਰੇ ਲੋਕਾਂ ਨੂੰ ਹੋ ਸਕਦਾ ਪਤਾ ਵੀ ਹੋਵੇ, ਹੋ ਸਕਦਾ ਨਾ ਪਤਾ ਹੋਵੇ। ਤੁਹਾਡੀ ਵਿਆਖਿਆ ਦੇ ਵਿੱਚ ਕੀ ਕਹਿੰਦੇ ਹੋ? ਦੇਖੋ ਵਾਹਿਗੁਰੂ ਜਿਹੜਾ ਸ਼ਬਦ ਹੈ, ਵਾਹਿਗੁਰੂ ਵੱਵਾ ਵਿਸ਼ਨੂੰ ਹਾਹਾ ਹਰੀ ਗੱਗਾ ਗੋਬਿੰਦ ਰਾਰਾ ਰਾਮ, ਚਾਰੇ ਯੁੱਗਾਂ ਦਾ ਤਪ, ਸਾਰੇ 40 ਕਰੋੜ ਦੇਵੀ ਦੇਵਤਾ ਵਾਹਿਗੁਰੂ ਦੇ ਅੰਦਰ ਸਮਾ ਜਾਂਦਾ ਹੈ ਜੀ। ਵਾਹਿਗੁਰੂ ਦੇ ਅੰਦਰ 18 ਪੁਰਾਣ, 6 ਸ਼ਾਸਤਰ, 4 ਵੇਦ, 108 ਉਪਨਿਸ਼ਦ, 27 ਸਮ੍ਰਿਤੀਆਂ, ਹਜ਼ਰਤ ਕੁਰਾਨ ਸ਼ਰੀਫ, ਸ਼੍ਰੀਮਦ ਭਗਵਦ ਗੀਤਾ, ਉਸ ਤੋਂ ਬਾਅਦ ਆਪਣਾ ਇਹ ਬਾਈਬਲ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਸਭ ਦੇ ਮਾਲਕ ਹੀ ਹੈ।
ਇਹ ਸਾਰੀ ਚੀਜ਼ਾਂ ਵਾਹਿਗੁਰੂ ਦੇ ਅੰਦਰ ਸਮਾ ਜਾਂਦੀਆਂ ਨੇ ਜੀ। ਵਾਹਿਗੁਰੂ ਆਦਿ ਹੈ। ਹੁਣ ਜਦੋਂ ਇੱਕ ਓਂਕਾਰ ਸ਼ਬਦ ਮਹਾਰਾਜ ਨੇ ਉਚਾਰਿਆ ਸੀ, ਉਹ ਕਿਹਨੇ ਉਚਾਰਿਆ ਸੀ? ਵਾਹਿਗੁਰੂ ਨੇ। ਇਹਦਾ ਮਤਲਬ ਵਾਹਿਗੁਰੂ ਇੱਕ ਓਂਕਾਰ ਤੋਂ ਵੀ ਆਦਿ ਹੋਇਆ। ਸਾਰੀ ਸ੍ਰਿਸ਼ਟੀ ਤੋਂ ਆਦਿ ਵਾਹਿਗੁਰੂ ਹੈ ਜੀ। ਹੁਣ ਵਾਹਿਗੁਰੂ ਸ਼ਬਦ ਜਿਹੜਾ ਹੈ, ਹੁਣ ਜੇ ਆਪਾਂ ਇਹਨੂੰ ਮਿਸਯੂਜ਼ ਕਰਦੇ ਹਾਂ, ਕੋਈ ਬੰਦਾ ਸ਼ੈਤਾਨੀ ਤਰੀਕੇ ਨਾਲ ਇਹਨੂੰ ਵਰਤੋਂ ਕਰਦਾ ਆ ਕਿ ਹਾਂ ਜੀ, ਜਿਵੇਂ ਕਿ ਕੋਈ ਬੰਦਾ ਕੋਈ ਵੀ ਸ਼ਰਾਰਤੀ ਅਨਸਰ ਹੈ, ਜਾਂ ਕੋਈ ਏਜੰਸੀਆਂ ਵੱਲੋਂ ਭੇਜਿਆ ਹੋਇਆ ਕਹਿ ਲਓ, ਜਾਂ ਕੁਛ ਕਮਿਸ਼ਨ ਖਾਣ ਵਾਲੇ ਬੰਦੇ ਵੀ ਕੋਈ ਹੁੰਦੇ ਨੇ ਜੀ। ਸਾਰੇ ਤਰ੍ਹਾਂ ਦੇ ਲੋਕ ਨੇ। ਹਾਂ, ਉਹ ਵਾਹਿਗੁਰੂ ਸ਼ਬਦ ਨੂੰ ਯੂਜ਼ ਕਰਦੇ ਨੇ। ਚਲੋ, ਪਰ ਉਹਨਾਂ ਨੂੰ ਇਹ ਨਹੀਂ ਪਤਾ ਬੇਸ਼ੱਕ ਕਿ ਉਹ ਕਰ ਕੀ ਰਹੇ ਨੇ, ਉਹਦਾ ਪ੍ਰਭਾਵ ਬੋਡੀ ਤੇ ਪਏਗਾ ਹੀ ਪਏਗਾ। ਤੁਸੀਂ ਚਾਹੇ ਵਾਹਿਗੁਰੂ ਨੂੰ ਕਿਸੇ ਨੂੰ ਧੋਖਾ ਦੇਣ ਵਾਸਤੇ ਯੂਜ਼ ਕਰੋ, ਚਾਹੇ ਕਿਸੇ ਨੂੰ ਪਿਆਰ ਲਈ ਯੂਜ਼ ਕਰੋ, ਚਾਹੇ ਉਹਨੂੰ ਰੱਬ ਨਾਲ ਜੋੜਨ ਲਈ ਜਾਂ ਤੋੜਨ ਲਈ ਯੂਜ਼ ਕਰੋ, ਵਾਹਿਗੁਰੂ ਨੇ ਆਪਣਾ ਕੰਮ ਕਰਨਾ ਹੀ ਕਰਨਾ। ਅੱਜ ਨਹੀਂ ਤਾਂ ਕੱਲ ਵਾਹਿਗੁਰੂ ਨੇ ਤੁਹਾਨੂੰ ਆਪਣਾ ਬਣਾ ਲੈਣਾ, ਚਾਹੇ ਤੁਸੀਂ ਝੂਠਾ ਹੀ ਜਪੀ ਜਾ ਰਹੇ ਹੋ। ਉਹ ਜਿਵੇਂ ਕਹਿ ਦਈਏ ਵੀ ਰੱਬ ਦਾ ਨਾਮ ਨਾਲ ਲੈ ਕੇ ਫੇਰ ਅੱਗੇ ਗਲਤ ਕੰਮ ਕਰਦੇ। ਹਾਂ, ਹੋ ਸਕਦਾ ਹੈ ਜੀ। ਦੇਖੋ ਅੱਜ ਦੇ ਹੁਣ ਦੇਖੋ ਗੱਲ ਤੁਸੀਂ ਜਿਹੜੀ ਛੇੜੀ ਹੈ, ਇਹਦੇ ਵਿੱਚ ਇੱਕ ਗੱਲ ਹੋਰ ਵੀ ਨਿਕਲ ਕੇ ਆਉਂਦੀ ਹੈ ਨਾ। ਹੁਣ ਦੇਖੋ ਟੋਟਲ 3 ਰਾਮ ਹੈ ਸੰਸਾਰ ਦੇ ਅੰਦਰ। ਇੱਕ ਤਾਂ ਰਾਮ ਉਹ ਹੈ ਜਿਹੜਾ ਸਾਰੇ ਸੰਸਾਰ 'ਚ ਰਮਿਆ ਹੋਇਆ ਹੈ। ਤੁਹਾਡੇ ਅੰਦਰ ਵੀ ਰਾਮ ਹੈ, ਸਭ ਮੇਰੇ ਅੰਦਰ ਵੀ ਰਾਮ ਸਮਾਇਆ ਹੋਇਆ ਹੈ। ਉਹ ਰਮਿਆ ਹੋਇਆ, ਹਰ ਇੱਕ ਚੀਜ਼ ਦੇ ਅੰਦਰ ਜਿਹੜਾ ਰਮਿਆ ਹੋਇਆ ਉਹਨੂੰ ਰਾਮ ਕਿਹਾ ਗਿਆ ਆ। ਇੱਕ ਰਾਮ ਹੈ ਦਸ਼ਰਥ ਦਾ ਪੁੱਤਰ, ਰਾਜਾ ਰਾਮ ਹੋਇਆ, ਉਹਦਾ ਪੂਰਾ ਨਾਮ ਸੀ ਰਾਮਚੰਦਰ ਤੇ ਸੂਰਯਵੰਸ਼ੀ। ਹੁਣ ਇੱਕ ਤੀਸਰਾ ਰਾਮ ਬਣਾਇਆ ਹੋਇਆ ਸਰਕਾਰ ਨੇ, ਜਿਹਦੇ ਵਿੱਚ ਬੰਦਾ ਮਾਰ ਦੋ ਜੀ, ਜੈ ਸ਼੍ਰੀ ਰਾਮ ਦਾ ਨਾਰਾ ਲਾ ਦੋ। 3 ਰਾਮ ਹੋਏ ਨੇ ਜੀ। 2 ਰਾਮ ਤਾਂ ਪਿਓਰ, ਇੱਕ ਆ ਸ਼ੈਤਾਨੀ ਰਾਮ ਹੋਇਆ। ਉਹ ਯੂਜ਼ ਕਰਦੇ ਨੇ ਨਾਮ ਨੂੰ। ਹੁਣ ਜਿਹੜਾ ਆਪਾਂ, ਕੋਈ ਲੋਕ ਕਹਿੰਦੇ ਕਿ ਮੈਂ ਬੜਾ ਕੱਟੜ ਸਿੱਖ ਹਾਂ ਜੀ, ਮੈਂ ਬੜਾ ਕੱਟੜ ਮੁਸਲਮਾਨ ਹਾਂ ਜੀ, ਮੈਂ ਬੜਾ ਕੱਟੜ ਹਿੰਦੂ ਹਾਂ ਜੀ, ਮੈਂ ਬੜਾ ਕੱਟੜ ਈਸਾਈ ਹੈ। ਪਹਿਲੀ ਗੱਲ ਤਾਂ ਉਹ ਕੁਛ ਵੀ ਨਹੀਂ ਹੈ ਉਹ, ਕਿਉਂਕਿ ਧਰਮ ਹਮੇਸ਼ਾ ਇਨਸਾਨ ਨੂੰ ਪਿਆਰ ਕਰਨਾ ਸਿਖਾਉਂਦਾ ਹੈ। ਹਾਂ, ਕੱਟੜਤਾ ਤਾਂ ਕਿਸੇ ਵਿੱਚ ਹੁੰਦੀ ਹੀ ਨਹੀਂ ਹੈਗੀ। ਜਿਹੜਾ ਬੰਦਾ ਕਹਿੰਦਾ ਮੈਂ ਬੜਾ ਕੱਟੜ, ਤਾਂ ਉੱਥੇ 95% ਉਹ ਏਜੰਸੀਆਂ ਦਾ ਬੰਦਾ ਹੈ, ਚਾਹੇ ਜਿੱਡਾ ਉਹਨੂੰ ਖੁਦ ਵੀ ਨਹੀਂ ਪਤਾ ਕਿ ਉਹ ਏਜੰਸੀਆਂ ਦਾ ਬੰਦਾ ਹੈ, ਕਿਉਂਕਿ ਬਸ ਉਹ ਲੱਗਿਆ ਹੋਇਆ। ਹੁਣ ਜਿਵੇਂ ਕਿ ਹੁਣ ਆਪਣੇ ਮੋਬਾਈਲ ਤੁਹਾਡੇ ਕੋਲ ਏਅਰਟੈਲ ਹੋਏਗਾ, ਕਿਸੇ ਕੋਲ ਰਿਲਾਇੰਸ ਹੋਏਗਾ, ਉਹ ਆਪਾਂ ਉਸ ਮਾਲਕ ਨੂੰ ਮਿਲੇ ਥੋੜ੍ਹੀ ਨਾ ਹੈਗੇ ਆ। ਨਾ ਏਅਰਟੈਲ ਦੇ ਤੁਸੀਂ ਮਾਲਕ ਨੂੰ ਮਿਲੇ ਹੋ, ਨਾ ਧੀਰੂ ਅੰਬਾਨੀ ਨੂੰ ਮਿਲੇ ਆ, ਪਰ ਆਪਾਂ ਉਹਦੇ ਪਾਰਟਨਰ ਜ਼ਰੂਰ, ਮੈਂਬਰ ਜ਼ਰੂਰ ਬਣੇ ਹੋਏ ਆ। ਉਸੇ ਤਰੀਕੇ ਨਾਲ ਇਹ ਜਿਹੜਾ ਲੋਕ ਅੱਜ ਕਹਿ ਰਹੇ ਅਸੀਂ ਕੱਟੜ ਆ, ਬੇਸ਼ੱਕ ਉਹ ਕਿਸੇ ਏਜੰਸੀ ਨੂੰ ਕਦੇ ਦੇਖਿਆ ਤੱਕ ਵੀ ਨਹੀਂ ਉਹਨਾਂ ਨੇ, ਬਟ ਉਹ ਉਹਨੂੰ ਫੋਲੋ ਕਰ ਰਹੇ ਆ, ਕਿਉਂਕਿ ਕੱਟੜਤਾ ਹੀ ਸ਼ਬਦ। ਹੁਣ ਅੱਜ ਦੇਖੋ ਕਿੰਨੇ ਸਿੱਖ ਨੇ ਉਹ ਸਮਾਧਾਂ ਤੋੜਦੇ ਆ। ਮੈਨੂੰ 555 ਸਾਲ ਹੋ ਗਏ ਅੱਜ। 555 ਸਾਲ 'ਚ ਕੋਈ ਇੱਕ ਇਤਿਹਾਸ ਦੇ ਅੰਦਰ ਇੱਕ ਚੀਜ਼ ਦਿਖਾ ਦਿਓ, ਕਿਸੇ ਇੱਕ ਸਿੰਘ ਨੇ ਸਮਾਧ ਤੋੜੀ ਹੋਵੇ, ਕੋਈ ਇੱਕ ਦਿਖਾ ਦਿਓ ਇਤਿਹਾਸ ਦੇ ਅੰਦਰ। ਗੁਰੂ ਗੋਬਿੰਦ ਸਿੰਘ ਇਹੋ ਜਿਹੇ ਬਲੀ ਸੀ ਨਾ, ਉਹਨਾਂ ਨੇ ਸਿਰਫ ਉਹ ਇੱਕ ਛੋਟਾ ਜਿਹਾ ਕਿੱਸਾ ਤੁਹਾਨੂੰ ਉਹਨਾਂ ਦਾ ਦੱਸਣ ਲੱਗਿਆ। ਉਹਨਾਂ ਨੇ ਇੱਕ ਤੀਰ ਦੇ ਅੰਦਰ 15 ਤੋਂ 20 ਹਜ਼ਾਰ ਬੰਦਾ ਮਾਰਤਿਆ ਸੀਗਾ, ਜਦੋਂ 10 ਲੱਖ ਦੀ ਫੌਜ ਦਾ ਘੇਰਾ ਪਿਆ ਸੀ ਚਮਕੌਰ ਸਾਹਿਬ। ਉਹਨਾਂ ਨੂੰ ਗੁੱਸਾ ਚੜਿਆ ਸੀ, ਕ੍ਰੋਧ। ਵੈਸੇ ਤਾਂ ਉਹਨਾਂ ਨੇ ਕਦੇ ਗੁੱਸਾ ਉਹਨਾਂ ਦੇ ਅਤੇ ਸਾਡੇ ਗੁੱਸੇ 'ਚ ਫਰਕ ਹੈ। ਸਾਡਾ ਗੁੱਸਾ ਅਤੇ ਉਹਨਾਂ ਦੇ ਗੁੱਸੇ ਵਿੱਚ ਬਹੁਤ ਫਰਕ ਹੈ। ਉਹ ਵੀਰ ਰਸ ਵਿੱਚ ਕ੍ਰੋਧ ਹੁੰਦਾ ਆ, ਇਹ ਸਾਡਾ ਕ੍ਰੋਧ ਮਲੀਨ ਹੈ, ਗੰਦਾ ਸਾਡਾ ਕ੍ਰੋਧ। ਸਾਡੇ ਕ੍ਰੋਧ ਦੇ ਵਿੱਚ ਗਾਲਾਂ ਹੀ ਨਿਕਲਦੀਆਂ ਨੇ, ਚਾਹੇ ਕਿਸੇ ਨੂੰ ਵੀ ਚੜ੍ਹੇਗਾ। ਉਹਨਾਂ ਦੇ ਕ੍ਰੋਧ ਦੇ ਅੰਦਰ 14 ਜੰਗਾਂ ਉਹਨਾਂ ਨੇ ਲੜੀਆਂ, ਕਦੇ ਉਹਨਾਂ ਨੇ ਸਾਡੇ ਵਾਲਾ ਕ੍ਰੋਧ ਨਹੀਂ ਚੜਾਇਆ, ਵੀਰ ਰਸ 'ਚ ਲੜੀ ਆ। ਹੁਣ ਉਹਨਾਂ ਨੇ ਇੱਕ ਤੀਰ ਦੇ ਅੰਦਰ 10 ਤੋਂ 15 ਹਜ਼ਾਰ ਬੰਦਾ ਮਾਰਤੇ ਅਗਨ ਬਾਣ ਮਾਰ ਕੇ। ਅਗਨ ਬਾਣ ਅੱਜ ਵੀ ਕੰਮ ਕਰਦੇ ਨੇ, ਅਤੇ ਅੱਜ ਇਹਨਾਂ ਬਾਣਾਂ ਦੇ ਅੰਦਰ ਹੀ ਅਗਨ ਬਾਣ ਪੈਦਾ ਹੋ ਸਕਦਾ ਹੈ। ਤੁਹਾਡਾ ਜਪ ਤਪ ਚਾਹੀਦਾ, ਜਪ ਤਪ ਨਾਲ ਕੁਛ ਵੀ ਹੋ ਜਾਂਦਾ ਹੈ। ਹੁਣ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਐਡੇ ਬਲੀ ਸੀ ਨਾ, ਉਹ ਜੇ ਚਾਹੁੰਦੇ ਤਾਂ ਸਾਰੇ ਸੰਸਾਰ ਨੂੰ ਸਿੱਖ ਬਣਾ ਸਕਦੇ ਸੀਗੇ। ਬੰਦਾ ਸਿੰਘ ਬਹਾਦਰ ਹੀ ਸਾਰਿਆਂ ਨੂੰ ਸਿੱਖ ਬਣਾ ਸਕਦਾ ਸੀਗਾ, ਇੰਨਾ ਬਲੀ ਸੀ ਉਹ। ਸੋ ਇਸ ਕਰਕੇ ਉਹਨਾਂ ਨੇ ਕੁਦਰਤ ਨਾਲ ਛੇੜਖਾਨੀ ਨਹੀਂ ਕਰੀ। ਉਹਨਾਂ ਨੇ ਜਿਵੇਂ ਜਿਵੇਂ ਹੁਕਮ 'ਚ ਰਹੇ, ਬਸ ਹੁਕਮ ਤੋਂ ਬਾਹਰ ਨਹੀਂ ਚੱਲੇ। ਉਹ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਪਰ ਦੂਜੇ ਪਾਸੇ ਦੇਖਦੇ ਹਾਂ, ਜਦੋਂ ਇਹ ਸਿੱਖ ਪੰਥ ਨੂੰ ਲੈ ਕੇ ਚਰਚਾ ਚੱਲਦੀ ਆ, ਤਾਂ ਬਹੁਤ ਸਾਰੇ ਲੋਕ ਜੇ ਕਹੀਏ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ, ਜਿਵੇਂ ਕਿ ਨਿਹੰਗ ਸਿੰਘ ਨੇਗੇ, ਬਣੇ ਹੋਏ ਨੇ ਅਲੱਗ-ਅਲੱਗ ਪੰਥ, ਤੇ ਦੂਜੇ ਪਾਸੇ ਜਦੋਂ ਦੇਖਦੇ ਹਾਂ ਵੀ ਹੁਣ ਕੁਝ ਦਿਨ ਪਹਿਲਾਂ ਜਿਵੇਂ ਵਿੱਕੀ ਥੋਮਸ ਹੋਰਾਂ ਦੀ ਕੰਟਰੋਵਰਸੀ ਹੋਈ, ਇਹਨੂੰ ਕਿਵੇਂ ਜਸਟੀਫਾਈ ਇਹ ਚੀਜ਼ਾਂ ਨੂੰ ਕਰਦੇ ਹਾਂ ਵੀ ਐਕਚੁਅਲ 'ਚ ਠੀਕ ਹੈ ਜਾਂ ਫਿਰ ਨਹੀਂ? ਕਈ ਲੋਕ ਤਾਂ ਇਹ ਗੱਲ ਕਹਿੰਦੇ ਨੇ, ਕਹਿੰਦੇ ਕਈ ਤਾਂ ਝਟਕਾ ਛਕਣ ਦੇ ਲਈ ਹੈ ਜਿਹੜਾ ਉਹ ਅਲੱਗ-ਅਲੱਗ ਰਾਹ ਅਪਣਾਉਂਦੇ ਨੇਗੇ ਵੀ ਹਾਂ ਸਾਡਾ ਇਹ ਬੰਦ ਨਾ ਹੋਵੇ, ਪਰ ਅਸੀਂ ਗੁਰੂ ਦੇ ਸਿੰਘ ਬਣ ਕੇ ਵੀ ਰਹਿਣਾ। ਪਰ ਇਹ 'ਚ ਐਕਚੁਅਲ ਕਲੀਅਰਟੀ ਹੁੰਦੀ ਹੈ ਕਿ ਕੋਈ ਕਿਸੇ ਤਰ੍ਹਾਂ ਦੀ, ਜਦੋਂ ਅਸੀਂ ਪੜ੍ਹਦੇ ਹਾਂ, ਜਿਵੇਂ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੱਚ ਕੱਤੀ ਜਾਂ ਸਿੱਖ ਪੰਥ ਨੂੰ ਲੈ ਕੇ ਗੱਲ ਕਰਦੇ ਹੋ, ਤੁਸੀਂ ਹਿੰਦੂ ਪੰਥ ਦੀ ਹਿੰਦੂਤਵ ਦੀ ਵੀ ਗੱਲ ਕਰਦੇ ਹੋ, ਤੁਹਾਨੂੰ ਇਹ ਚੀਜ਼ ਨੂੰ ਕਿਤੇ ਜਸਟੀਫਾਈ ਹੁੰਦਾ ਇਹ ਚੀਜ਼ ਵੀ ਹਾਂ ਜੇ ਖਾਲੀ ਤਾਂ ਕੋਈ ਗੱਲ ਨਹੀਂ? ਬਿਲਕੁਲ ਜੀ। ਜਿਹੜਾ ਸਨਾਤਨ, 2 ਤਰੀਕੇ ਦਾ ਸਨਾਤਨ ਧਰਮ ਹੈ। ਹੁਣ ਇਹ ਗੱਲ ਇੱਥੋਂ ਚੱਕਣੀ ਪੈਣੀ ਜੇ ਇਹਨੂੰ ਕਲੀਅਰ ਕਰਨਾ ਹੈ। ਇਹ ਮੈਂ ਸ਼ੋਰਟਕਟ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ, ਪਰ ਇਹਦੇ ਲਈ ਬਹੁਤ ਸਾਨੂੰ ਪਾਰਟ ਬਣਾਉਣੇ ਪੈਣੇ, ਜਿਹਨੂੰ ਆਪਾਂ ਬਰੀਫਲੀ ਸਮਝਣਾ ਚਾਹੁੰਦੇ ਹਾਂ, ਪਰ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਥੋੜ੍ਹੇ ਟਾਈਮ 'ਚ ਸਮਝਾਉਣ ਦੀ। ਹੁਣ ਸਨਾਤਨ 2 ਸਨਾਤਨ ਹੈ। ਇੱਕ ਤਾਂ ਸਨਾਤਨ ਪਿਓਰ ਹੈ, ਜਿਹੜਾ ਬ੍ਰਹਮਾ ਵਿਸ਼ਨੂੰ ਮਹੇਸ਼ ਦੁਆਰਾ ਚਲਾਇਆ ਗਿਆ ਸੀ। ਏਕਾ ਮਾਈ ਜੁਗਤ ਵਿਆਹੀ 3 ਚੇਲੇ ਪ੍ਰਵਾਨ। 3 ਚੇਲੇ ਕਿਹੜੇ ਨੇ? ਇੱਕ ਮਾਂ ਜੁਗਤ ਦੇ ਨਾਲ ਵਿਆਹੀ ਗਈ। ਜੁਗਤ ਕਿਆ ਵਿਆਹੀ ਕਿਹਦੇ ਗਈ? ਪਰਮਾਤਮਾ ਨਾਲ ਵਿਆਹੀ ਗਈ। ਉਹਨੇ 3 ਚੇਲੇ
ਪ੍ਰਵਾਨ, ਤਿੰਨ ਬੱਚੇ ਪੈਦਾ ਕਰੇ, ਬ੍ਰਹਮਾ ਵਿਸ਼ਨੂੰ ਮਹੇਸ਼। ਹੁਣ ਉੱਥੋਂ ਸਨਾਤਨ ਧਰਮ ਦਾ ਨੀਂਹ ਪੱਥਰ ਰੱਖਿਆ ਗਿਆ। ਉਸ ਤੋਂ ਕੁਝ ਸਾਲਾਂ ਬਾਅਦ, ਕੁਝ ਹਜ਼ਾਰਾਂ ਸਾਲ ਅੱਧੇ ਬੀਤ ਗਏ। ਫਿਰ ਉਸ ਤੋਂ ਬਾਅਦ ਜਦੋਂ ਸਤਿਯੁਗ ਦਾ ਆਗਮਨ ਹੋਇਆ, ਵਿਸ਼ਨੂੰ ਨੇ ਸਤਿਯੁਗ ਦੇ ਆਗਮਨ ਆਰੰਭ ਕੀਤਾ, ਫਿਰ ਕਿਤੇ ਜਾ ਕੇ ਇਹ ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ 4 ਯੁੱਗ ਹੋਏ ਨੇ। ਇਹਨਾਂ 4 ਯੁੱਗਾਂ ਦੇ ਵਿੱਚ ਚੌਥਾ ਬਣਿਆ ਫਿਰ ਵੈਦਿਕ ਸਨਾਤਨ। ਉਹ ਬਣਿਆ ਸਤਿਯੁਗ ਦੇ ਵਿੱਚ। ਉਹਦੇ ਵਿੱਚ ਕਲਪ ਮੁਨੀ, ਇਹ ਜਿਹੜੇ ਹੋਏ ਰਿਸ਼ੀ ਹੋਏ, ਵੇਦ ਵਿਆਸ, ਇਹਨਾਂ ਨੇ ਫਿਰ ਇਹ ਸਾਨੂੰ ਰਿਸ਼ਤੇਦਾਰੀਆਂ ਦਿੱਤੀਆਂ। ਹੁਣ ਅੱਜ ਕੋਈ ਬੰਦਾ ਕਹਿੰਦਾ ਆਪਾਂ ਸਨਾਤਨ ਨੂੰ ਨਹੀਂ ਮੰਨਦੇ। ਹੁਣ ਮੇਰੇ ਪਿੱਛੇ ਵੀ ਕੋਈ ਬੰਦੇ ਪੈਣਗੇ ਵੀ ਤੁਸੀਂ ਸਨਾਤਨ ਦੀ ਗੱਲ ਕਿਵੇਂ ਕਰ ਰਹੇ ਹੋ। ਹੁਣ ਦੇਖੋ, ਜਦੋਂ ਇਨਸਾਨ ਜਮੇ ਜਾਨਵਰ ਸੀ ਨਾ, ਜਿਹਨੂੰ ਪਤਾ ਹੀ ਨਹੀਂ ਸੀ ਆਪਣੇ ਆਪ ਦਾ ਸੀ ਕੌਣ ਆ, ਉਹ ਜਾਨਵਰ ਸੀਗੇ, ਉਦੋਂ ਸਨਾਤਨ ਨੇ ਇਹ ਰਿਸ਼ਤੇਦਾਰੀਆਂ ਦਿੱਤੀਆਂ ਸਾਨੂੰ ਕਿ ਇਹ ਤੇਰਾ ਬਾਪ ਹੈ, ਬਾਪ ਦੀ ਫੀਲਿੰਗ ਕਿੱਦਾਂ ਆ, ਮਾਂ ਦੇ ਨਾਲ ਕਿੱਦਾਂ ਰਹਿਣਾ ਆ, ਪਿਓ ਦੇ ਨਾਲ ਕਿੱਦਾਂ ਰਹਿਣਾ ਹੈ, ਭਾਈ ਨੇ ਆਪਣੇ ਭੈਣ ਦੇ ਨਾਲ ਕਿੱਦਾਂ ਰਹਿਣਾ। ਇਹ ਫੀਲਿੰਗਾਂ ਸਾਰੀਆਂ, ਇਹ ਨਾਮਕਰਨ ਜਿਹੜੇ ਹੈਗੇ ਆ, ਇਹ ਸਨਾਤਨ, ਵੈਦਿਕ ਸਨਾਤਨ ਨੇ ਦਿੱਤੇ ਸਾਨੂੰ। ਅੱਜ ਕੋਈ ਕ੍ਰਿਸਚਨ ਹੈ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਸਿੱਖ ਹੈ, ਜੋ ਆਪਣੇ ਬਾਪ ਨੂੰ ਬਾਪ ਸਮਝਦਾ ਆ, ਜੋ ਆਪਣੀ ਭੈਣ ਨੂੰ ਭੈਣ ਸਮਝਦਾ ਆ, ਜੋ ਆਪਣੀ ਮਾਤਾ ਨੂੰ ਮਾਂ ਸਮਝਦਾ ਆ, ਭੂਆ ਨੂੰ ਭੂਆ ਸਮਝਦਾ ਆ, ਭੂਆ ਦੀ ਕੁੜੀ ਨੂੰ ਆਪਣੀ ਭੈਣ ਸਮਝਦਾ ਆ, ਇਹ ਸਾਰੀ ਰਿਸ਼ਤੇਦਾਰੀ ਸਨਾਤਨ ਦੀ ਬਣਾਈਆਂ ਹੋਈਆਂ ਜੀ। ਪਹਿਲਾਂ ਸਾਰੇ ਸਨਾਤਨੀ ਹੀ ਹੈ, ਇਹ ਗੱਲ ਮੰਨਣੀ ਪੈਣੀ ਸਭ ਨੂੰ। ਇਹਦੇ ਤੋਂ, ਇਸ ਟੋਪਿਕ ਤੇ ਮੇਰੇ ਨਾਲ ਜਿੱਥੇ ਮਰਜੀ ਡਿਬੇਟ ਕੋਈ ਬੰਦਾ ਖੁੱਲਾ ਚੈਲੰਜ ਕਰ ਸਕਦਾ ਹੈ। ਇਹਦਾ ਕੀ ਲਾਗਤ ਇੱਕ ਇਸ ਚੀਜ਼ ਦਾ ਕਿਵੇਂ ਜੁੜਾਵ ਹੁੰਦਾ ਇਹ ਵੀ ਮਾਸ ਅੰਡਾ ਖਾਣਾ ਚਾਹੀਦਾ ਜਾਂ ਨਹੀਂ? ਦੇਖੋ, ਇਹਦੇ ਵਿੱਚ ਇਹ ਜੁੜਾਵ ਇਹ ਹੁੰਦਾ ਆ ਕਿਉਂਕਿ ਦੇਖੋ ਦੋ ਪ੍ਰਕਿਰਿਆ ਚੱਲਦੀਆਂ। ਇੱਕ ਨਾ ਸਨਾਤਨ ਧਰਮ ਦੇ ਅੰਦਰ 2 ਪੁੱਤਰ ਹੋਏ ਨੇ, ਇੱਕ ਹੋਇਆ ਵੈਦਿਕ ਸਨਾਤਨ, ਇੱਕ ਹੋਇਆ ਸੋਢੀ ਛਤਰੀ ਸਨਾਤਨ। ਜਿਵੇਂ ਕਿ ਸਨਾਤਨ ਧਰਮ ਦੇ ਇੱਕ ਝੰਡਾ ਹੁੰਦਾ ਹੈ, ਹਨੂਮਾਨ ਦਾ ਝੰਡਾ ਉੱਥੇ ਚੱਲਦਾ। ਮਹਾਰਾਸ਼ਟਰ ਮੈਂ ਰਹਿ ਕੇ ਆਇਆ ਸੀਗਾ, ਉੱਥੇ ਝੰਡੇ ਦੇ 2 ਐਦਾਂ ਐਰੋ ਬਣੇ ਹੋਏ ਨੇ। ਉੱਪਰਲਾ ਹੈ ਵੈਦਿਕ ਸਨਾਤਨ, ਨਿਚਲਾ ਹੈ ਸੋਢੀ ਸਨਾਤਨ, ਖੱਤਰੀ ਸਨਾਤਨ, ਛਤਰੀ ਸਨਾਤਨ ਕਹਿ ਸਕਦੇ ਆ, ਵਾਰੀਅਰ ਕਹਿ ਸਕਦੇ ਆਪਾਂ। ਸਨਾਤਨ ਦੇ 2 ਬੱਚੇ ਹੋਏ ਨੇ, 2 ਮਾਨਵ ਹੋਏ ਨੇ, ਮਾਨਵ ਸਰੀਰ ਹੋਏ ਨੇ, ਜਿਨ੍ਹਾਂ ਵਿੱਚੋਂ ਇੱਕ ਵੈਦਿਕ ਬਣ ਗਿਆ, ਇੱਕ ਪੂਜਾ ਵਾਲੇ ਤਰਫ ਚਲਾ ਗਿਆ, ਵੇਦ ਪਾਠ ਪੜ੍ਹਨ ਲੱਗ ਗਿਆ, 4 ਵੇਦਾਂ ਦਾ ਜਿਹੜਾ ਵਿਆਖਿਆਨ ਕਰਨ ਲੱਗ ਗਿਆ, ਸਟੱਡੀ ਕਰਨ ਲੱਗ ਗਿਆ। ਇੱਕ ਉਸ ਜਿਹੜਾ ਹੁਣ ਹਵਨ ਹੋ ਰਿਹਾ ਆ, ਉਹਦੇ ਵਿੱਚ ਉਹਦੇ ਬਜ਼ੁਰਗ ਬੈਠੇ ਹਵਨ ਕਰ ਰਹੇ, ਇੱਕ ਚੌਂਕੀਦਾਰ ਬਣ ਗਿਆ, ਇੱਕ ਬਰਛਾ ਪਕੜ ਕੇ, ਡੰਡਾ ਫਕੜ ਕੇ, ਤਲਵਾਰ ਫੜ ਕੇ ਬਾਹਰ ਪਹਿਰੇ ਤੇ ਖੜਿਆ, ਉਹ ਹੈ ਸੋਢੀ। ਹੁਣ ਉੱਥੋਂ ਹੀ ਇਹ ਚੱਲਦਾ ਆ ਰਹੀ, ਸਾਰਾ ਪ੍ਰਕਰਮ ਉੱਥੋਂ ਚੱਲਦਾ ਆ ਰਿਹਾ। ਜਿਹੜੇ ਸੋਢੀ ਹੈ ਉਹਨਾਂ ਨੂੰ ਸਿਰਫ ਇਹੀ ਸਿਖਾਇਆ ਜਾਂਦਾ ਹੈ, ਖੱਤਰੀ ਵਾਰੀਅਰ ਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਤੂੰ ਜਾਗਣਾ ਹੈ, ਤੂੰ ਲੜਨਾ ਹੈ, ਤੂੰ ਦੁਸ਼ਮਣ ਨਾਲ ਲੜਨਾ ਹੈ। ਹੁਣ ਜਿਹੜਾ ਬੱਕਰਾ ਝਟਕਾਣਾ ਆ, ਇਹ ਜਾਇਜ਼ ਹੈ। ਇਹਦੇ ਲਈ ਤੁਹਾਨੂੰ ਜਿਹੜਾ ਹੈ ਰਿਗਵੇਦ ਪੜ੍ਹਨਾ ਬੜਾ ਜ਼ਰੂਰੀ ਹੈ, ਔਰ ਦਸ਼ਮ ਗ੍ਰੰਥ ਪੜ੍ਹਨਾ ਬੜਾ ਜ਼ਰੂਰੀ ਹੈ। ਹੁਣ ਦੇਖੋ, ਅੱਜ ਆਪਾਂ ਬੈਠੇ ਹਾਂ, ਤੁਹਾਡੇ ਮੇਰੀ ਰਿਸ਼ਤੇਦਾਰੀ ਵਿੱਚ ਸਾਡੀਆਂ ਧੀਆਂ ਭੈਣਾਂ ਹਨ, ਮੈਡੀਕਲ ਕਰ ਰਹੀਆਂ ਨੇ ਨਾ। ਅੱਜ ਦਸ਼ਮ ਗ੍ਰੰਥ ਦੀ ਮੈਂ ਗੱਲ ਕਰਦਾ, ਬੜੇ ਲੋਕਾਂ ਦੇ ਕੰਨ ਖੜੇ ਹੋ ਜਾਣਗੇ ਹੁਣ ਵੀ ਆਹ ਦਸ਼ਮ ਗ੍ਰੰਥ ਨੂੰ ਮੰਨਣ ਵਾਲਾ ਬੰਦਾ ਹੈ। ਦਸ਼ਮ ਗ੍ਰੰਥ ਵਿੱਚ ਤਾਂ ਕੁਝ ਲਿਖਿਆ ਵੀ ਨਹੀਂ ਹੈਗਾ। ਹੁਣ ਜਿਹੜਾ ਕੁੱਲੜ ਪੀਜ਼ਾ ਚੱਲ ਰਿਹਾ ਆ, ਇਸ ਤੋਂ ਭੈੜਾ ਤਾਂ ਨਹੀਂ ਲਿਖਿਆ ਹੋਇਆ ਦਸ਼ਮ ਗ੍ਰੰਥ 'ਚ। ਲੋਕ ਤਾਂ ਉਹਨੂੰ ਟੋਰ ਨਾਲ ਆਪਣੇ ਘਰਾਂ 'ਚ ਆਪਣੇ ਸਟੇਟਸ ਲਾਈ ਫਿਰ ਰਹੇ ਨੇ, ਦੇਖ ਹੀ ਰਹੇ ਤੁਸੀਂ, ਹੈ ਨਾ। ਉਸ ਤੋਂ ਗੰਦ ਤਾਂ ਨਹੀਂ ਲਿਖਿਆ ਹੋਇਆ ਜੋ ਅੱਜ ਗੰਦ ਸੰਸਾਰ 'ਚ ਪੈ ਚੁੱਕਿਆ ਆ, ਇੰਨਾ ਗੰਦਾ ਤਾਂ ਨਹੀਂ ਲਿਖਿਆ ਉਹਦੇ ਵਿੱਚ। ਤਾਂ ਮੈਂ ਅਜੇ ਬੋਲਣਾ ਨਹੀਂ ਚਾਹੁੰਦਾ, ਆਪਾਂ ਕਦੇ ਇਸ ਟੋਪਿਕ 'ਤੇ ਜ਼ਰੂਰ ਰੱਖਾਂਗੇ ਗੱਲ। ਹੁਣ ਜਿਹੜਾ ਦਸ਼ਮ ਗ੍ਰੰਥ ਦਾ ਵਿਸ਼ਾ ਆ, ਉਹ ਹੈ ਡਾਕਟਰੀ ਲਾਈਨ। ਹੁਣ ਕੁੜੀਆਂ ਜਿਹੜੀਆਂ ਅੱਜ 16 ਸਾਲ ਦੀਆਂ ਕੁੜੀਆਂ, 18 ਸਾਲ ਦੀਆਂ ਕੁੜੀਆਂ, 20 ਸਾਲ ਦੀਆਂ ਕੁੜੀਆਂ, ਉਹਨਾਂ ਦੇ ਹੱਥ 'ਚ ਤੁਸੀਂ ਮੈਡੀਕਲ ਦੀਆਂ ਕਿਤਾਬਾਂ ਦੇਖਦੇ ਹੋ। ਤੁਹਾਨੂੰ ਪਤਾ MBBS ਦੀ ਕਦੇ ਕਿਤਾਬ ਖੋਲੀ ਆਪਾਂ, ਕਦੇ ਦੇਖਿਆ ਹੋਣਾ ਉਹਦੇ 'ਚ ਕਿਹੜੇ ਚਿੱਤਰ ਬਣੇ ਹੋਏ ਨੇ? ਇਹੋ ਜਿਹੇ ਚਿੱਤਰ ਬਣੇ ਹੋਏ। ਉਹ ਕਾਮ ਸੂਤਰ ਜਿਹੜਾ ਗ੍ਰੰਥ ਹੈ, ਉਹਦੇ ਵਿੱਚ ਵੀ ਇਹੋ ਜਿਹੇ ਚਿੱਤਰ ਨਹੀਂ ਬਣੇ ਹੋਏ ਜਿਹੜੇ MBBS ਦੀ ਕਿਤਾਬਾਂ ਦੇ ਅੰਦਰ ਚਿੱਤਰ ਬਣੇ ਹੋਏ ਨੇ। ਬੋਡੀ ਦੇ ਕੱਲਾ ਪਾਰਟ 'ਚ ਦਿਖਾਇਆ ਗਿਆ, ਉਹ ਪਾਰਟ ਦੇ ਅੰਦਰ ਕਿਹੜਾ ਪਾਰਟ ਉਹ ਵੀ ਦਿਖਾਇਆ ਗਿਆ ਆ। ਫਿਰ ਆਪਾਂ ਉਦੋਂ ਕਿਉਂ ਨਹੀਂ ਰੋਕਦੇ ਆਪਣੇ ਬੱਚਿਆਂ ਨੂੰ? ਪਤਾ ਕਿਉਂ? ਪੈਸਾ ਆਊਗਾ, ਪੈਸੇ ਲਈ ਕੁੜੀਆਂ ਨੂੰ ਕੋਲ ਸੈਲਰੀ ਅੱਛੀ ਆਏਗੀ, ਨੌਕਰੀ ਮਿਲ ਜਾਏਗੀ। ਪਰ ਦਸ਼ਮ ਗ੍ਰੰਥ ਨੂੰ ਪੜ੍ਹਨ ਨੂੰ ਰੋਕਦੇ ਆਪਾਂ। ਫਿਰ ਦੱਸੋ ਇਹਦੇ ਵਿੱਚ ਗਲਤੀ ਕਿਹਦੀ ਹੈ? ਹੁਣ ਅਗਰ ਮੀਟ ਖਾਣਾ ਗਲਤ ਹੈ, ਸ਼ਰਾਬ ਪੀਣਾ ਗਲਤ ਹੈ, ਤਾਂ ਸਭ ਤੋਂ ਪਹਿਲਾਂ ਹੁਣ ਦੇਖੋ, ਮੰਨ ਲਓ ਮੈਂ ਮੀਟ ਖਾਂਦਾ, ਮੈਂ ਸ਼ਰਾਬ ਪੀ ਲੈਂਦਾ ਵਾਂ, ਠੀਕ ਹੈ। ਕੱਲ੍ਹ ਨੂੰ ਮੈਂ ਮਰ ਜਾਂਦਾ ਵਾਂ ਦੇਸ਼ ਲਈ, ਤਾਂ ਤੁਸੀਂ ਮੈਨੂੰ ਸ਼ਹੀਦ ਬਣਾ ਦੋਗੇ? ਬਣਾ ਸਕਦੇ ਹੋ? ਤੁਸੀਂ ਦੱਸੋ, ਬਣਾ ਦੋਗੇ? ਅਗਰ ਮੈਂ ਦੇਸ਼ ਲਈ ਮਰ ਜਾਂਦਾ, ਤੁਹਾਡੀ ਆਤਮਾ ਕੀ ਕਹਿੰਦੀ ਹੈ? ਕਹਿਣ ਦਾ ਮਤਲਬ ਜੋ ਅਸੀਂ ਦੇਖਦੇ ਹਾਂ ਉਹਦੇ 'ਚ ਉਦੋਂ ਬਾਅਦ 'ਚ ਪਿੱਛੇ ਬੰਦਾ ਦਿਖਦਾ ਨਹੀਂ ਨਾ, ਇਹ ਕੀ ਕਰਦਾ ਰਿਹਾ, ਕੌਣ ਕੀ ਸੀਗਾ ਕੀ ਨਹੀਂ ਸੀਗਾ। ਅਗਲਾ ਕਹਿੰਦਾ ਇਹ ਸ਼ਹੀਦ ਹੋਇਆ, ਸ਼ਹੀਦ ਹੋ ਗਿਆ। ਪਰ ਜਿਹੜੀ ਆਰਮੀ ਉਹ ਤਾਂ ਡੇਲੀ ਮੀਟ ਖਾਂਦੀ ਹੈ, ਉਹਨੂੰ ਟਾਈਮ ਟੇਬਲ ਬੰਨਿਆ ਹੋਇਆ ਮੀਟ ਦਾ, ਪਰ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ। ਚਾਹੇ ਆਪਸ 'ਚ ਲੜ ਕੇ ਮਰ ਗਏ ਤਾਂ ਵੀ ਸ਼ਹੀਦ ਕਿਹਾ ਜਾਂਦਾ ਉਹਨਾਂ ਨੂੰ। ਗੱਲ ਸਮਝ ਰਹੇ ਹੋ ਨਾ ਜੀ? ਵਾਰੀਅਰ ਨੂੰ, ਸੋਢੀ ਨੂੰ ਬੱਕਰਾ ਝਟਕਾਣਾ
ਜਾਇਜ਼ ਹੈ, ਉਹਦਾ ਇੱਕ ਇਤਿਹਾਸ ਹੈ, 5000 ਸਾਲ ਪੁਰਾਣਾ ਇਤਿਹਾਸ ਹੈ। ਉਹ ਇਤਿਹਾਸ ਇਹ ਹੈ, ਜਦੋਂ ਸ਼ੈਤਾਨ ਨੇ, ਜਿਹਨੂੰ ਲੂਸੀਫਰ ਕਿਹਾ ਜਾਂਦਾ ਹੈ, ਕਲੀ ਕਿਹਾ ਜਾਂਦਾ, ਦੱਜਾਲ ਕਿਹਾ ਜਾਂਦਾ, ਜਿਹੜਾ ਮੇਰਾ ਅਸਲੀ ਦੁਸ਼ਮਣ ਹੈ, ਜਿਹਦੇ ਨਾਲ ਮੇਰੀ ਫਾਈਟ ਹੈ ਇਨ ਫਿਊਚਰ, ਉਹਦੇ ਨਾਲ ਹੀ ਫਾਈਟ ਹੈ। ਹੁਣ ਕਈ ਸਾਰੇ ਕਹਿੰਦੇ ਤੁਸੀਂ ਆਹ ਤੀਰ ਕਮਾਨ ਚੱਕੀ ਫਿਰਦੇ ਹੋ, ਇਹਦੇ ਨਾਲ ਕੀ ਲੜਨਾ ਹੈ। ਜਿਹੜੀ ਚੌਥੀ ਵਰਲਡ ਵਾਰ ਹੋਣੀ ਹੈ ਨਾ 2027 ਵਿੱਚ, ਇਸ ਟਾਈਮ ਇਹ 3rd ਵਰਲਡ ਵਾਰ ਚੱਲ ਰਹੀ ਹੈ। ਜੀਵਾਣੂ ਹਮਲੇ ਚੱਲ ਰਹੇ ਨੇ ਇੱਕ ਦੂਸਰੇ। ਹੁਣ ਆਹ ਜਿਹੜਾ G20 ਚੱਲ ਰਿਹਾ, ਇਹਦੇ ਅੰਦਰ ਕਾਫੀ ਪ੍ਰੋਪਰਟੀ ਸੇਲ ਕਰ ਚੁੱਕਿਆ ਹੈ ਮੋਦੀ ਸਰਕਾਰ, ਜੋ ਹੈ ਨਾ ਸੈਂਟਰ ਗਵਰਨਮੈਂਟ। ਜਿਹੜੇ 8000 ਤੋਂ ਜ਼ਿਆਦਾ ਤਾਂ ਜਿਹੜੇ ਵਧੀਆ ਬਿਜ਼ਨਸਮੈਨ ਸੀ ਨਾ, ਉਹ ਇੱਥੋਂ ਚਲੇ ਗਏ ਨੇ। 8000 ਤੋਂ ਜ਼ਿਆਦਾ ਬੰਦੇ ਇੱਥੋਂ ਚਲੇ ਗਏ ਨੇ, ਬਿਜ਼ਨਸਮੈਨ, ਬੜੇ ਵਧੀਆ ਬਿਜ਼ਨਸਮੈਨ ਜਿਹੜੇ ਸੀਗੇ, ਪੈਸਾ ਕਮਾਉਣ ਵਾਲੇ, ਉਹ ਚਲੇ ਗਏ ਇੱਥੋਂ। ਬਾਕੀ ਉਰੇ ਕੂੜਾ ਕਵਾੜ ਰਹਿ ਚੁੱਕਿਆ ਹੁਣ ਜਿਹੜੇ। ਹੁਣ ਇਹਨੂੰ ਜਸਟੀਫਾਈ ਇਸ ਤਰੀਕੇ ਨਾਲ ਕਰ ਸਕਦੇ ਆ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਇੱਕ ਤਾਂ ਆ ਗਏ ਤੁਸੀਂ ਕਰਮ ਕਾਂਡ ਵਾਲੇ, ਜਾਂ ਬੰਦਾ ਜਿਹੜਾ ਬੌਧਿਕ ਸਮਝ ਰੱਖਦਾ ਹੈ, ਅਧਿਆਤਮ ਕਰਨੀ ਜਾਂਦਾ ਹੈ, ਉਸ। ਦੂਜਾ ਆ ਗਿਆ ਵੀ ਜਿਹੜੇ ਲੋਕ ਲੜਨ ਵਾਲੇ ਨੇ, ਆਰਮੀ ਹੈ, ਸੈਨਿਕ ਨੇਗੇ, ਯਾਨੀ ਕਿ ਇਹਨੂੰ ਇਸ ਤਰ੍ਹਾਂ ਦੇ ਨਾਲ ਪਾਰਸ਼ਲਿਟੀ ਕਰਕੇ ਦੇਖ ਸਕਦਾ ਬੰਦਾ ਵੀ ਇਸ ਤਰੀਕੇ ਦੇ ਉਹ ਬੰਦੇ ਨੂੰ ਜਾਇਜ਼ ਹੈ। ਬੱਕਰਾ ਝਟਕਣਾ ਕਿਉਂ ਜ਼ਰੂਰੀ ਹੈ, ਇਹ ਥੋੜਾ ਦੱਸਣਾ ਸੰਗਤ ਨੂੰ ਬਹੁਤ ਜ਼ਰੂਰੀ ਹੈ। ਜਿਹੜਾ ਬੱਕਰਾ ਆ, ਉਹ ਇੱਕ ਐਸਾ ਪ੍ਰਾਣੀ ਹੈ, ਐਸਾ ਜੀਵ ਹੈ ਸਾਰੇ ਜਾਨਵਰਾਂ ਵਿੱਚੋਂ, ਜਿਹੜਾ ਇਕੱਲਾ ਹੀ ਮੈਂ ਬੋਲਦਾ, ਮੈਂ ਬੋਲਦਾ ਨਾ ਬੱਕਰਾ, ਹੈ ਨਾ, ਇਹ ਇਕੱਲਾ ਹੀ ਹੈ। ਔਰ ਦੂਸਰਾ, ਇਹਨੇ ਕੀ ਕੀਤਾ ਸੀ, ਜਦੋਂ ਪਰਮੇਸ਼ਵਰ ਨੇ, ਇਹ ਬਾਈਬਲ ਦੇ ਅੰਦਰ ਲਿਖੀ ਹੋਈ ਹੈ ਗੱਲ, ਜਿਹੜਾ ਕ੍ਰਿਸਚਨ ਧਰਮ ਨੂੰ ਮੰਨਦੇ ਉਹਨਾਂ ਨੂੰ ਪਤਾ ਇਸ ਗੱਲ ਦਾ। ਇਹ ਸਵਰਗ 'ਚ ਲੜਾਈ ਹੋਈ, ਤਾਂ ਸਵਰਗ 'ਚ ਜਦੋਂ ਲੜਾਈ ਹੋਈ ਤਾਂ ਇਹ ਲੂਸੀਫਰ ਥੱਲੇ ਆ ਗਿਆ, ਸ਼ੈਤਾਨ। ਉਹ ਆਰਨ ਦਾ ਕਾਰਨ ਵੀ ਬੱਕਰਾ ਹੀ ਸੀਗਾ। ਪਰਮਾਤਮਾ ਨੂੰ ਇਹਨੇ ਮੰਗ ਕੀਤੀ, ਕਹਿੰਦਾ ਜੀ ਚਲੋ ਠੀਕ ਹੈ, ਤੁਸੀਂ ਮੈਨੂੰ ਸਵਰਗ ਤੋਂ ਕੱਢ ਰਹੇ ਹੋ, ਤਾਂ ਤੁਸੀਂ ਮੈਨੂੰ ਕਿੱਥੇ ਭੇਜੋਗੇ? ਕਹਿੰਦੇ ਧਰਤੀ 'ਚ ਮੈਨੂੰ ਧਰਤੀ 'ਚ ਭੇਜੋ। ਉਹ ਕਹਿੰਦੇ ਧਰਤੀ 'ਚ ਭੇਜ ਦਿੰਦੇ ਆ ਤੈਨੂੰ ਲੂਸੀਫਰ, ਪਰ ਇਹ ਦੱਸ ਵੀ ਤੇਰੀ ਉੱਥੇ ਕੋਈ ਗਵਾਹੀ ਦਿੰਦਾ, ਕਿ ਜਾਨਵਰ ਕੀੜੀ ਵੀ ਗਵਾਹੀ ਦੇ ਦੇਗੀ ਤੈਨੂੰ ਭੇਜ ਦਾਂਗਾ। ਤਾਂ ਬੱਕਰੇ ਨੇ ਗਵਾਹੀ ਦਿੱਤੀ ਸੀ, ਕਹਿੰਦਾ ਮੈਂ। ਫਿਰ ਇਹਨੇ ਧਰਤੀ 'ਚ ਜਿਹੜਾ ਇੰਨਾ ਕਾਟੋ ਕਲੇ ਛਿੜਿਆ ਹੋਇਆ, ਬੱਕਰਾ ਇਹਦੀ ਜੜ ਹੈ। ਸੋ ਕਹਿਣ ਦਾ ਮਤਲਬ ਬੱਕਰਾ ਝਟਕਣਾ ਜ਼ਰੂਰੀ ਹੈ, ਔਰ ਝਟਕਾਉਣ ਦੀ ਇੱਕ ਮਰਿਆਦਾ ਹੈ। ਮੱਛੀ ਨੂੰ ਕਦੇ ਝਟਕਾ ਨਹੀਂ ਲੱਗਦਾ, ਮੱਛੀ ਨੂੰ ਕਦੇ ਝਟਕਾ ਲੱਗਦਾ ਹੀ ਨਹੀਂ ਹੈ। ਮੱਛੀ ਤਾਂ ਦੇਖੋ, ਝਟਕੇ ਦੀ ਮਰਿਆਦਾ ਇਹ ਹੈ, ਜੋ ਮਰਿਆਦਾ ਜੋ ਮਹਾਰਾਜ ਨੇ ਦੱਸੀ ਹੋਈ ਹੈ। ਇਹ ਕਿਸੇ ਵੀ ਤੁਸੀਂ ਦਲ ਪੰਥ ਜਾ ਕੇ ਪੁੱਛ ਲਓ, ਕੋਈ ਵਧੀਆ ਬੁੱਧੀਜੀਵ ਹੋਏਗਾ ਨਾ ਦਲ, ਕੋਈ ਮਹਾਕਾਲ ਸਿੰਘ ਹੋਏਗਾ, ਬੁੱਢਾ ਦਲ ਦਾ, ਤਰਨਾ ਦਲ ਦਾ, ਉਹ ਕਿਸੇ ਮੁਖੀ ਨੂੰ ਪੁੱਛਿਓ ਜਾ ਕੇ, ਉਹ ਤੁਹਾਨੂੰ ਦੱਸਣਗੇ ਬੱਕਰੇ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ ਕਿ ਉਹਦੀ ਅੱਜ ਸ਼ਹੀਦੀ ਹੈ, ਉਹਨੂੰ ਅੱਜ ਝਟਕਾਇਆ ਜਾਣਾ ਆ। ਉਹਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ, ਉਹਨੂੰ ਫੜਨਾ ਵੀ ਨਹੀਂ ਹੈ ਬੱਕਰੇ ਨੂੰ, ਉਹ ਆਪਣੀ ਮੌਜ ਵਿੱਚ ਹੋਏਗਾ, ਫਿਰ ਝਟਕਾਣਾ ਉਹਨੂੰ। ਹੁਣ ਮੱਛੀ ਨੂੰ ਤੁਸੀਂ ਕਿਸ ਤਰ੍ਹਾਂ ਮੌਜ 'ਚ ਕਰ ਲਓਗੇ, ਜੇ ਪਾਣੀ ਤੋਂ ਬਾਹਰ ਕੱਢ ਕੇ ਉਦੋਂ ਹੀ ਮਰ ਜਾਣਾ ਉਹਨੇ। ਉਹ ਤਾਂ ਹਲਾਲ ਹੀ ਹੁੰਦੀ ਹੈ। ਮੱਛੀ ਖਾਣ ਵਾਲਾ ਬੰਦਾ ਸਿਰਫ ਮਲੇਛ ਹੁੰਦਾ ਹੈ, ਅਸੰਖ ਮਲੇਛ ਮਲ ਭੱਖ ਖਾਹੇ। ਉਹ ਦੇਖੋ, ਹੁਣ ਅਗਰ ਆਪਾਂ ਕੋਈ ਜੰਗ ਯੁੱਧ ਕਰਨੀ ਹੈ, ਆਪਾਂ ਕੋਈ ਵਾਰੀਅਰ ਹੈ, ਕੋਈ ਗੱਤਕਾ ਸਿੱਖ ਰਹੇ ਹਾਂ, ਕੋਈ ਉਰੇ ਜਾ ਕੇ ਆਪਾਂ ਪਿੰਡਾਂ ਦੇ ਵਿੱਚ ਆਪਾਂ ਪਹਿਰੇਦਾਰੀ ਲਾ ਰਹੇ ਹਾਂ, ਚਿੱਟੇ ਦੇ ਜਿਹੜੇ ਦੋਸ਼ੀ ਘੁੰਮ ਰਹੇ, ਇਹਨਾਂ ਨੂੰ ਫੜਨ ਵਾਸਤੇ ਕੋਈ ਉਪਰਾਲਾ ਕਰ ਰਹੇ ਆ, ਫਿਰ ਤੁਸੀਂ ਛਕੋ। ਹਾਂ, ਤੁਸੀਂ ਭਾਈ ਕਿਸੇ ਜੀਵ ਨੂੰ ਕਿਸੇ ਨੂੰ ਝਟਕਾਉਣ ਦੇ ਹੱਕ ਵਿੱਚ ਤੁਸੀਂ ਝਟਕ ਰਹੇ ਹੋ ਬੱਕਰੇ ਨੂੰ, ਤਾਂ ਤੁਸੀਂ ਗਰਦਨ ਆਪਣੀ ਝਟਕਾਉਣ ਲਈ ਵੀ ਤਿਆਰ ਰਹੋ ਨਾ। ਇਹ ਤਾਂ ਇੱਕ ਨਿਯਮ ਹੈ। ਫਿਰ ਤੁਸੀਂ ਉਤਰੋ ਮੈਦਾਨ 'ਚ। ਇਹ ਥੋੜ੍ਹੀ ਨਾ ਕਿ ਹਾਂ ਜੀ ਮੱਛੀ ਖਾਏ ਬਗੈਰ ਨੀਂਦ ਨਹੀਂ ਆਉਂਦੀ ਬੰਦੇ ਨੂੰ ਯਾਰ, ਉਹ ਨਹੀਂ। ਉਹ ਸਵਾਦ ਹੈ, ਜੀਵ ਦਾ ਸਵਾਦ ਹੈ। ਸਵਾਦ ਵਾਸਤੇ ਆਪਾਂ ਕਿਸੇ ਜੀਵ ਹੱਤਿਆ ਨਹੀਂ ਕਰ ਸਕਦੇ। ਹੁਣ ਇਤਿਹਾਸ ਦੇ ਅੰਦਰ ਇੱਕ ਬੰਦੇ ਨੇ ਮੱਛੀ ਖਾਈ ਸੀਗੀ, ਦੁਨੀ ਚੰਦ ਦੇ ਬਾਪ ਨੇ। ਉਸ ਤੋਂ ਬਾਅਦ ਉਹ ਰਿੱਛ ਬਣ ਕੇ ਉੱਥੇ ਘੁੰਮ ਰਿਹਾ ਸੀਗਾ, ਬਘਿਆੜ ਬਣ ਗਿਆ ਸੀਗਾ। ਹੁਣ ਉਹਨੇ ਮਰਨ ਵੇਲੇ ਉਹ ਸਿਰਫ ਉਹਨੂੰ ਮੱਛੀ ਦੀ ਵਾਸ਼ਨਾ ਆਈ, ਮੱਛੀ ਖਾਈ ਵੀ ਨਹੀਂ ਸੀ, ਹੁਣ ਇਹਨੂੰ ਵਾਸ਼ਨਾ ਹੀ ਆਈ ਸੀਗੀ। ਥੋੜ੍ਹਾ ਇਤਿਹਾਸ ਵਿੱਚ ਇਹੀ ਗੱਲ ਲਿਖੀ ਹੋਈ ਹੈ, ਤੁਸੀਂ ਇਹਨੂੰ ਸਟੱਡੀ ਜ਼ਰੂਰ ਦੇਖਿਓ ਇੱਕ ਵਾਰ। ਉਹਨੇ ਸਿਰਫ ਮਰਨ ਵੇਲੇ ਮੱਛੀ ਦੀ ਵਾਸ਼ਨਾ ਹੀ ਸੁੰਘੀ ਸੀਗੀ। ਉਸ ਤੋਂ ਬਾਅਦ ਉਹਦਾ ਜਨਮ ਜਿਹੜਾ ਹੈ ਬਘਿਆੜ ਵਿੱਚ ਹੋਇਆ ਸੀਗਾ। ਇਤਿਹਾਸਿਕ ਗੱਲ ਹੈ। ਹੁਣ ਦੇਖੋ, ਐਂ ਤਾਂ ਸਰੋਵਰਾਂ ਦੇ ਅੰਦਰ ਮੱਛੀਆਂ ਪਈਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਨਾ ਜੀ ਮੱਛੀਆਂ ਨੂੰ ਪਾਲਿਆ ਜਾਂਦਾ, ਕੀੜੀਆਂ ਨੂੰ ਪਾਲਿਆ ਜਾਂਦਾ, ਚਿੜੀਆਂ ਨੂੰ ਪਾਲਿਆ ਜਾਂਦਾ, ਬੱਤਕਾਂ ਨੂੰ ਪਾਲਿਆ ਜਾਂਦਾ। ਇਹ ਜੀਵਾਂ ਨੂੰ ਪਾਲਿਆ ਜਾਂਦਾ, ਨਾ ਕਿ ਖਾਏ ਜਾਂਦੇ ਆ। ਜੇ ਉਹ ਇਹੋ ਜਿਹੇ ਬੰਦੇ ਉੱਥੇ ਸਰੋਵਰ 'ਚ ਨਹਾ ਜਾਣਗੇ, ਕੀ ਪਤਾ ਮੱਛੀਆਂ ਫੜਨ ਵਾਸਤੇ ਨਹਾ ਰਿਹਾ ਅਗਲਾ ਬੰਦਾ, ਵੀ ਉਹ ਤਾਂ ਫਰੀ 'ਚ ਲੈ ਲਾਂਗੇ, ਇਹੋ ਜਿਹੇ ਦੂਰੇ ਰੱਖੋ ਸਰੋਵਰਾਂ ਤੋਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੀਵ ਹੱਤਿਆ ਜਿਹੜੀ ਹੈ ਉਹ ਜਾਇਜ਼ ਹੈ, ਸਿਰਫ ਬੱਕਰੇ ਦੀ। ਉਹ ਵੀ ਇਸ ਕਰਕੇ ਜਾਇਜ਼ ਹੈ, ਅਗਰ ਤੁਸੀਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਵਾਸਤੇ ਆਪਣੇ ਆਪ ਨੂੰ ਮੂਹਰੇ ਰੱਖ ਰਹੇ ਹੋ। ਹਾਂ, ਅਗਰ ਤੁਸੀਂ ਸੈਨਿਕ ਬਣਦੇ ਹੋ, ਜਾਂ ਗੁਰੂ ਦੀ ਫੌਜ ਬਣਦੇ ਹੋ, ਜਾਂ ਤੁਸੀਂ ਆਪਣੇ ਆਪ ਨੂੰ ਦੇਸ਼ ਕੌਮ ਲਈ ਕੁਰਬਾਨ ਕਰਨ ਵਾਸਤੇ ਆਪਣੇ ਦਿਨ ਰਾਤ ਮਿਹਨਤ ਕਰ ਰਹੇ ਹੋ, ਫਿਰ ਖਾ ਸਕਦੇ ਹੋ, ਫਿਰ ਕੋਈ ਦਿੱਕਤ ਨਹੀਂ ਹੈਗੀ। ਉਹ ਵੀ ਤਾਂ ਖਾ ਸਕਦੇ ਹੋ ਅਗਰ ਤੁਹਾਡੇ ਅੰਦਰ ਗੁੱਸਾ ਨਹੀਂ ਹੈ। ਹਾਂ, ਤੁਹਾਡੇ ਅੰਦਰ ਗੁੱਸਾ ਨਹੀਂ ਹੈ, ਤੁਹਾਡੇ ਅੰਦਰ ਵੀਰ ਰਸ ਨਹੀਂ ਆ ਰਿਹਾ, ਤੁਹਾਡੇ ਅੰਦਰ ਕੁਛ ਨਹੀਂ ਆ ਰਿਹਾ। ਉਹ ਗੁੱਸੇ ਨੂੰ ਵਧਾਉਂਦਾ ਹੈ ਮੀਟ ਜਿਹੜਾ ਹੈ ਨਾ, ਮਾਸ ਜਿਹੜਾ ਹੈ, B12 ਜਿਹੜਾ ਹੁੰਦਾ ਹੈ ਪ੍ਰੋਟੀਨ, ਉਹ ਗੁੱਸੇ ਨੂੰ ਵੀ ਵਧਾਉਂਦਾ ਆ, ਅੰਦਰੂਨੀ ਗੁੱਸੇ ਨੂੰ ਬਹੁਤ ਵਧਾਉਂਦਾ ਆ, ਕਾਮ ਵਾਸ਼ਨਾ ਨੂੰ ਵਧਾਉਂਦਾ ਹੈ, ਕ੍ਰੋਧ ਨੂੰ ਵਧਾਉਂਦਾ ਆ। ਔਰ ਜ਼ਿਆਦਾਤਰ ਜਿਹੜਾ ਮਾਸ ਖਾ ਰਹੇ ਲੋਕ ਕਾਮ ਵਾਸ਼ਨਾ ਨੂੰ ਵਧਾਉਣ ਵਾਸਤੇ ਹੀ ਖਾਂਦੇ ਨੇ।
90% ਇਹ ਮੈਂ ਖੁਦ ਦੀ ਖੋਜ ਹੈ ਮੇਰੀ। ਹੁਣ ਆਪਾਂ ਫਿਰ ਪਿੱਛੇ ਆਈਏ, ਜਿਹੜੀ ਗੱਲ ਆਪਾਂ ਕਰ ਰਹੇ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੰਗਲਿਸ਼ ਹੈ। ਹੁਣ ਉਹ ਟੋਪਿਕ ਨੂੰ ਮੈਂ ਕਲੀਅਰ ਕਰ ਦਵਾਂ ਇੱਕ ਵਾਰੀ। ਹੁਣ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ, ਉੱਚਾ ਸਹਿਜ ਤਵ ਨੈਣ ਨਨ, NONE ਨਨ, ਕੀਰਤਨ 16 ਚ ਨਨ ਇੱਥੇ ਸ਼ਬਦ ਕੀਤਾ ਗਿਆ, ਨਨ। ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ, ਹਾਈ ਮੈਨੇ ਉੱਚਾ, HIGH ਹਾਈ। ਉਸ ਤੋਂ ਬਾਅਦ ਅੱਗੇ ਚਲੋ ਜੀ, ਆਲ ਜੰਜਾਲ ਆਲ ਸਭੀ, ਇੱਥੇ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਅੰਦਰ ਹੀ ਵਰਤੀ ਗਈ ਹੈ ਇੰਗਲਿਸ਼, ਆਲ ਜੰਜਾਲ। ਹੁਣ ਜਿਵੇਂ ਆਪਾਂ ਕਹਿੰਦੇ ਆਪਾਂ ਚੰਡੀ ਦੀ ਵਾਰ ਪੜ੍ਹਨੀ ਹੈ, ਵਾਰ ਮੈਨੇ ਕਿਆ ਹੁੰਦਾ, ਇੰਗਲਿਸ਼ ਦਾ ਸ਼ਬਦ ਹੈ ਵਾਰ। ਢਾਡੀ ਵਾਰ ਗਾ ਰਹੇ ਨੇ, ਵਾਰ ਮੈਨੇ ਜੰਗ, WR ਵਾਰ। ਹੁਣ ਮਦਰ ਦੇਸ਼, ਮਾਂ ਧਰਤੀ, ਬਜਿੱਤਰ ਨਾਟਕ 'ਚ ਮਹਾਰਾਜ ਨੇ ਮਦਰ ਦੇਸ਼ ਵਰਤਿਆ ਹੋਇਆ, MOTHER ਮਦਰ, ਠੀਕ ਹੈ। ਇਹ ਦਸ਼ਮ ਗ੍ਰੰਥ ਦੇ ਅੰਦਰ ਇੰਗਲਿਸ਼ ਦੀ ਵਰਤੋਂ ਕੀਤੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੰਗਲਿਸ਼ ਦੀ ਵਰਤੋਂ ਕੀਤੀ ਹੋਈ ਹੈ, ਪਰ ਬੜੀ ਹੀ ਘੱਟ, ਕਿਉਂਕਿ ਇੰਗਲਿਸ਼ ਲੈਂਗੁਏਜ, ਬ੍ਰਿਟਿਸ਼ ਲੈਂਗੁਏਜ, ਦੋ ਤਰੀਕੇ ਦੀ ਇੰਗਲਿਸ਼ ਹੈ, ਇੱਕ ਬ੍ਰਿਟਿਸ਼, ਇੱਕ ਅਮਰੀਕਨ। ਇਹ ਸਾਰੀ ਸ਼ੈਤਾਨ ਦੀ ਭਾਸ਼ਾ ਆ, ਕਿਉਂਕਿ ਬਾਈਬਲ ਤਾਂ ਖੁਦ ਇੰਗਲਿਸ਼ 'ਚ ਨਹੀਂ ਲਿਖਿਆ ਗਿਆ। ਉਹ ਬਾਈਬਲ ਦੀ ਜਿਹੜੀ ਭਾਸ਼ਾ ਆ ਨਾ, ਉਹ ਮੇਰੇ ਦਿਮਾਗ 'ਚੋਂ ਨਿਕਲ ਗਈ, ਹੀਬਰੂ ਕੁਛ ਇੱਦਾਂ ਦੀ ਲੈਂਗੁਏਜ 'ਚ ਲਿਖਿਆ ਗਿਆ, ਉਹ ਇੰਗਲਿਸ਼ ਨਹੀਂ ਲਿਖਿਆ ਗਿਆ, ਮੇਰੇ ਦਿਮਾਗ 'ਚੋਂ ਨਿਕਲ ਗਈ। ਵੈਸੇ ਹੁਣ ਕਾਫੀ 19-20 ਸਾਲਾਂ ਦਾ ਅਰਸਾ 'ਚ ਕਿਤਾਬਾਂ ਇੱਦਾਂ ਮੈਂ ਭਰ ਕੇ ਬਣਾਈਆਂ ਹੋਈਆਂ, ਕਦੇ ਸਮਾਂ ਨਿਕਲਿਆ ਫਿਰ ਆਪਾਂ ਬੈਠਾਂਗੇ ਇਸ ਟੌਪਿਕ 'ਤੇ। ਧੰਨਵਾਦ ਤੁਹਾਡਾ, ਕਿਉਂਕਿ ਜਿਵੇਂ ਦੇਖਿਆ ਜਾਵੇ ਧਰਮ ਨੂੰ ਲੈ ਕੇ ਜਦੋਂ ਚਰਚਾ ਸ਼ੁਰੂ ਹੁੰਦੀ ਹੈ, ਗੱਲ ਖੈਰ ਠੀਕ ਹੈ, ਜਿਵੇਂ ਇਹਨਾਂ ਨੇ ਅਲੱਗ-ਅਲੱਗ ਚੀਜ਼ਾਂ ਦੇ ਤਰਕ ਦਿੱਤੇ, ਤਾਂ ਉਤੋਂ ਪਿੱਛੇ ਫਿਰ ਕਿਤੇ ਨਾ ਕਿਤੇ ਗੱਲਾਂ 'ਚੋਂ ਗੱਲਾਂ, ਜਾਂ ਕਹੀਏ ਕਿ ਤਰਕ ਤੇ ਤਰਕ ਮੌਜੂਦ ਹੈ। ਪਰ ਬੜੀ ਸੋਹਣੀ ਚੀਜ਼ ਹੈ ਕਿ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਚਾਹੇ ਭਗਵਦ ਗੀਤਾ ਦੀ ਗੱਲ ਕਰਦੇ ਨੇ, ਚਾਹੇ ਬਾਕੀ ਸ਼ਾਸਤਰਾਂ ਦੀ ਗੱਲ ਕਰਦੇ ਨੇ, ਯਾਨੀ ਕਿ ਸੰਪੂਰਨ ਗਿਆਨ ਉਹਦੀ ਹੋ ਸਕਦਾ ਜਦੋਂ ਤੁਸੀਂ ਬਾਕੀਆਂ ਨੂੰ ਵੀ ਨਾਲ ਪੜ੍ਹਦੇ ਹੋ। ਕਿਉਂਕਿ ਇਹ ਵੰਡੀਆਂ ਹੁੰਦੀਆਂ ਜ਼ਰੂਰ ਹੋ ਸਕਦੀਆਂ ਨੇ, ਪਰ ਪੁਰਾਣੇ ਸਮੇਂ ਦੇ ਦੌਰਾਨ ਜਦੋਂ ਸਾਡੇ ਗੁਰੂਆਂ ਪੀਰਾਂ ਫਕੰਬਰਾਂ ਨੇ ਇਹ ਅੱਗੇ ਸਿਰਜਣਾ ਕੀਤੀ, ਉਹਨਾਂ ਨੇ ਕੋਈ ਇਹ ਚੀਜ਼ ਨਹੀਂ ਸੀ ਸੋਚੀ ਵੀ ਸਾਰੇ ਲੋਕ ਆਉਂਦੇ ਸਮੇਂ ਦੇ ਦੌਰਾਨ ਕਦੇ ਕਿਸੇ ਸਮੇਂ ਵੱਖ-ਵੱਖ ਹੋ ਕੇ ਲੜਦੇ ਨਜ਼ਰ ਵੀ ਆਉਣਗੇ। ਪਰ ਨਾਲ ਜੇ ਕਿਹਾ ਜਾਵੇ ਕਿ ਇਹ ਸ਼ਾਇਦ ਹਜੇ ਚਰਚਾ ਹੀ ਰਹੂਗੀ ਕਿ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਕਿਹਾ ਕਿ ਮਾਸ ਮਿੱਟੀ ਜਦੋਂ ਬੰਦਾ ਖਾਂਦਾ ਤਾਂ ਉਹਦੇ ਤਰਕ ਵੀ ਕੀ ਮਾਇਨੇ ਰੱਖਦੇ ਨੇ। ਸੀਨੀਅਰ ਵੀਡੀਓ ਜਰਨਲਿਸਟ ਵਿੰਦੇਜ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।